ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਿਗੁਰਾਂ ਨੂੰ ਪ੍ਰੇਮ ਦੇ ਨਾਲ ਅਸੀਂ ਕਿੰਨੀ ਤਰ੍ਹਾਂ ਸੰਬੋਧਨ ਕਰਦੇ ਹਾਂ। ਕਦੀ ਕਹਿੰਦੇ ਬਾਣੀ ਦੇ ਬੋਹਿਤ, ਹਨਾ, ਸ਼ਾਂਤੀ ਦੇ ਪੁੰਜ, ਤੇ ਹੁਣ ਸ਼ਹੀਦਾਂ ਦੇ ਸਰਤਾਜ। ਸਭ ਤੋਂ ਵੱਡਾ ਸਤਿਗੁਰਾਂ ਨੂੰ ਅਸੀਂ ਇਸ ਰੂਪ ਵਿੱਚ ਯਾਦ ਕਰਨਾ, ਕਿਉਂਕਿ ਹੁਣ ਸ਼ਹੀਦੀ ਦੇ ਸਤਿਗੁਰਾਂ ਦਾ ਆ ਰਿਹਾ। ਤਾਂ ਸ਼ਹੀਦਾਂ ਦੇ ਸਰਤਾਜ, ਸ਼ਹੀਦ ਜਿਹੜਾ ਸ਼ਬਦ ਹੈ ਨਾ ਸੰਗਤ ਜੀ, ਇਹ ਹੈ ਅਰਬੀ ਦਾ। ਤੋ ਸ਼ਹੀਦ ਦਾ ਮਤਲਬ ਕਿ ਜਦੋਂ ਕੋਈ ਖੁਦਾ ਦੇ ਦਰ ਦੇ ਉੱਤੇ ਗਵਾਹੀ ਦਿੰਦਾ, ਸੰਸਾਰ 'ਚ ਹੋ ਰਹੇ ਜ਼ੁਲਮ ਦੀ ਜਦੋਂ ਖੁਦਾ ਦੇ ਦਰ ਤੇ ਗਵਾਹੀ ਦਿੰਦਾ, ਉਹਨੂੰ ਸ਼ਹੀਦ ਕਿਹਾ ਜਾਂਦਾ। ਸੋ ਆਪਣੇ ਇੰਡੀਆ ਦੇ ਵਿੱਚ ਵੀ ਕਈ ਵਾਰ ਪੁਲਿਸ ਵਾਲੇ ਨਾ ਜਦੋਂ ਉਹ ਜਾਂਦੇ ਨੇ ਗਵਾਹੀ ਦੇਣ ਕੋਰਟ ਦੇ ਵਿੱਚ, ਤਾਂ ਉਹਨਾਂ ਨੂੰ ਕੋਈ ਪੁੱਛੋ ਕਿੱਥੇ ਜਾ ਰਹੇ ਆ, ਤਾਂ ਉਹ ਕਹਿੰਦੇ ਆ ਸ਼ਹਾਦਤ ਤੇ ਜਾ ਰਹੇ ਆ, ਮਤਲਬ ਅਸੀਂ ਗਵਾਹੀ ਦੇਣ ਜਾ ਰਹੇ ਆ। ਉਹ ਸੱਚ ਦੀ ਉਹਨਾਂ ਨੇ ਦੇਣੀ ਹੁੰਦੀ ਨਾ ਗਵਾਹੀ, ਕੋਰਟ ਵਿੱਚ ਵੀ, ਸੰਸਾਰਿਕ ਕੋਰਟ ਵਿੱਚ ਵੀ। ਸੋ ਸ਼ਹੀਦ ਸ਼ਬਦ ਆਇਆ ਕਿ ਜਿਹੜਾ ਖੁਦਾ ਦੇ ਦਰ ਦੇ ਉੱਤੇ ਦੁਨੀਆ ਤੇ ਹੋ ਰਹੇ ਜ਼ੁਲਮਾਂ ਦੀ ਜਿਹੜਾ ਗਵਾਹੀ ਦੇਵੇ, ਉਹਨੂੰ ਸ਼ਹੀਦ ਕਿਹਾ ਜਾਂਦਾ। ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਵਾਰ ਸ਼ਹੀਦ ਸ਼ਬਦ ਜਿਹੜਾ ਇਹ ਆਇਆ। ਇੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਉਹ ਬਾਣੀ ਦੀ ਪੰਕਤੀ ਹੈ, ਪੀਰ ਪੈਗੰਬਰ ਸਾਲਕ ਸਾਧਕ ਸਹੁਦੇ ਔਰ ਸ਼ਹੀਦ। ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਰੇ ਭਲੇ ਪੁਰਸ਼ਾਂ ਦਾ ਵਰਣਨ ਕੀਤਾ। ਉਹਦੇ ਵਿੱਚ ਭਲੇ ਪੁਰਸ਼ਾਂ ਵਿੱਚ ਸ਼ਹੀਦ ਨੂੰ ਵੀ ਰੱਖਿਆ, ਵੀ ਰੂਹਾਨੀ ਰਹਿਬਰ, ਪੈਗੰਬਰ, ਰੱਬੀ ਦਾ ਰਾਹ ਦਿਖਾਉਣ ਵਾਲੇ, ਸਿੱਦਕੀ ਭਲੇ ਪੁਰਸ਼ ਔਰ ਸ਼ਹੀਦ। ਇਹ ਤੁਸੀਂ ਬਾਣੀ ਪੜ੍ਹ ਸਕਦੇ ਹੋ ਵਿੱਚ ਪੂਰਾ ਖੁੱਲ ਕੇ। ਤੋ ਦੂਸਰਾ ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ ਸ਼ਹੀਦ ਸ਼ਬਦ ਦਾ, ਜਦੋਂ ਉਹਨਾਂ ਨੇ ਬਾਬਾ ਕਬੀਰ ਜੀ ਦੇ ਖਾਨਦਾਨ ਦਾ ਜ਼ਿਕਰ ਕੀਤਾ ਕਿ ਬਾਬਾ ਕਬੀਰ ਜੀ ਦਾ ਖਾਨਦਾਨ ਜਿਹੜਾ ਹੈ, ਉਹਨਾਂ ਦਾ ਕਿਰਤ ਕੀ ਸੀ, ਤੇ ਅੱਜ ਬਾਬਾ ਕਬੀਰ ਜੀ ਕਿੱਥੇ ਪਹੁੰਚ ਗਏ ਕਿ ਉਹਨਾਂ ਦੀ ਪੂਜਾ ਹੋਣ ਲੱਗ ਗਈ, ਉਹਨਾਂ ਦਾ ਸਤਿਕਾਰ ਹੋਣ ਲੱਗ ਗਿਆ। ਉਹ ਹੈ ਜਾ ਕੇ ਈਦ ਬਕਰੀਦ ਕੁੱਲ ਗਊ ਰੇ, ਵੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ। ਸੋ ਪੂਰੇ ਸ਼ਬਦ ਵਿੱਚ ਭਗਤ ਰਵਿਦਾਸ ਜੀ ਦੱਸਦੇ ਵੀ ਇਹਨਾਂ ਦੇ ਖਾਨਦਾਨ ਵਾਲੇ ਜਦੋਂ ਈਦ ਬਕਰੀਦ ਆਉਂਦੀ ਸੀ, ਕਿਵੇਂ ਗਊਆਂ ਨੂੰ ਮਾਰਦੇ ਸੀ, ਉਹਨਾਂ ਦੀ ਕਿਰਤ ਸੀਗੀ, ਉਹਨਾਂ ਨੂੰ ਇਹ ਕਰਨਾ ਪੈਂਦਾ ਸੀ ਕੰਮ। ਤੇ ਬਾਬਾ ਕਬੀਰ ਜੀ ਕਿੱਥੇ ਪਹੁੰਚ ਗਏ ਪਰਮਾਤਮਾ ਦੀ ਬੰਦਗੀ ਕਰਕੇ, ਕਿ ਅੱਜ ਉਹਨਾਂ ਦਾ ਸਤਿਕਾਰ ਹੋਣ ਲੱਗ ਗਿਆ, ਪੂਜਣ ਲੱਗ ਗਏ। ਸੋ ਇਹ 2 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਹੀਦ ਸ਼ਬਦ ਆਇਆ। ਸੋ ਹੁਣ ਅਸੀਂ ਇਹ ਵਿਚਾਰ ਕਰਾਂਗੇ ਕਿ ਗੁਰੂ ਅਰਜਨ ਦੇਵ ਜੀ ਤੋਂ ਵੀ ਪਹਿਲਾਂ ਧਰਮੀ ਲੋਕਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਲੇਕਿਨ ਗੁਰੂ ਅਰਜਨ ਦੇਵ ਜੀ ਨੂੰ ਹੀ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਗਿਆ? ਹੋਰ ਕਿਸੇ ਵੀ ਰਹਿਬਰ ਨੂੰ ਨਹੀਂ, ਧਰਮੀ ਬੰਦੇ ਨੂੰ ਸ਼ਹੀਦਾਂ ਦੇ ਸਰਤਾਜ ਵਾਲਾ ਟਾਈਟਲ ਨਹੀਂ ਕਿਹਾ ਗਿਆ। ਗੁਰੂ ਅਰਜਨ ਦੇਵ ਜੀ ਨੂੰ ਹੀ ਕਿਉਂ? ਸੋ ਧਰਮੀ ਪੁਰਸ਼ਾਂ ਦੀਆਂ ਅਸੀਂ ਸੰਸਾਰ ਵਿੱਚ ਦੇਖੀਏ ਵੀ ਕੀ ਉਹਨਾਂ ਨੂੰ ਸ਼ਹੀਦ ਹੋ ਕੇ ਉਹਨਾਂ ਦੇ ਨਾਲ ਸ਼ਬਦ ਜਿਹੜਾ ਜੁੜਿਆ। ਹਜ਼ਰਤ ਮੁਹੰਮਦ ਸਾਹਿਬ ਜੀ ਲੈ ਲਈਏ, ਇਹ ਜੰਗੇ ਉਹਦ ਦੇ ਵਿੱਚ ਤਾਂ ਜਰਨੈਲ ਸਾਹਮਣੇ ਵਾਲਾ ਜਿਹੜਾ ਸੀਗਾ, ਉਹਦਾ ਨਾਮ ਸੀ ਉਮੈਦ ਬਿਨ ਕਮਈਆ। ਇਹਨੇ ਹਜ਼ਰਤ ਮੁਹੰਮਦ ਸਾਹਿਬ ਦੇ ਉੱਤੇ ਤਲਵਾਰ ਦੇ ਨਾਲ ਵਾਰ ਕੀਤਾ। ਉਹ ਹਜ਼ਰਤ ਮੁਹੰਮਦ ਸਾਹਿਬ ਜੀ ਜੰਗੇ ਮੈਦਾਨ ਦੇ ਵਿੱਚ ਗਿਰੇ। ਉਦੋਂ ਇੱਕ ਜੰਗ ਦੇ ਵਿੱਚ ਇੱਕ ਇਹ ਵੀ ਤਰੀਕਾ ਹੁੰਦਾ ਸੀ, ਢੰਗ ਹੁੰਦਾ ਸੀ ਵੀ ਜਿਹੜਾ ਜ਼ਖਮੀ ਹੋਇਆ ਨਾ, ਨੀਚੇ ਗਿਰਿਆ, ਉਹ ਕਈ ਵਾਰ ਮਰਨ ਦਾ ਨਾਟਕ ਕਰ ਦਿੰਦਾ ਸੀ ਕਿ ਦੁਸ਼ਮਣ ਸਮਝੇ, ਵੈਰੀ ਸਮਝ ਕੇ ਮਰ ਗਿਆ ਤਾਂ ਉਹਨੂੰ ਛੱਡ ਕੇ ਚਲ ਜਾਵੇ। ਲੇਕਿਨ ਉਹ ਇਵੇਂ ਨਹੀਂ ਸੀ ਛੱਡ ਕੇ ਜਾਂਦਾ। ਉਹ ਵੀ ਅੱਗਿਓਂ ਕੀ ਕਰਦਾ ਸੀ, ਜਿਹੜਾ ਉਹਨੂੰ ਲੱਗੇ ਵੀ ਮਰਿਆ ਪਿਆ, ਉਹ ਕੀ ਕਰਦਾ ਸੀ, ਪੱਥਰ ਚੱਕ ਕੇ ਨਾ ਉਹਦੇ ਦੰਦ ਤੇ ਮਾਰਿਆ ਜਾਂਦਾ ਸੀਗਾ। ਵੀ ਦੰਦ ਜਦੋਂ ਟੁੱਟੂਗਾ ਤਾਂ ਉਹਨੂੰ ਤਕਲੀਫ ਹੋਊਗੀ, ਉਹ ਹਿੱਲੂਗਾ ਤਾਂ ਸਮਝ ਲਓਗੇ ਵੀ ਇਹ ਨਾਟਕਬਾਜ਼ੀ ਕਰ ਰਿਹਾ, ਮਰਿਆ ਨਹੀਂ। ਸੋ ਹਜ਼ਰਤ ਮੁਹੰਮਦ ਸਾਹਿਬ ਜੀ ਜੰਗੇ ਮੈਦਾਨ ਦੇ ਵਿੱਚ ਗਿਰਦੇ ਨੇ, ਤਾਂ ਇਹ ਜਿਹੜਾ ਉਮੈਦ ਬਿਨ ਕਮਈਆ ਜਰਨੈਲ ਆ, ਇਹ ਵੀ ਦੇਖਦਾ ਆ ਵੀ ਉਹ ਵੀ ਇਵੇਂ ਕਰਦੇ ਨੇ, ਸ਼ੋਅ ਕਰਦੇ ਨੇ ਵੀ ਜਿਵੇਂ ਸਾਡੇ ਪ੍ਰਾਣ ਨਹੀਂ ਹੈਗੇ। ਸੋ ਉਹ ਜਰਨੈਲ ਉਹਨਾਂ ਦੇ ਦੰਦ ਦੇ ਉੱਤੇ ਪੱਥਰ ਮਾਰਦਾ, ਦੰਦ ਨੂੰ ਤੋੜਦਾ ਆ। ਸੋ ਉਹ ਉਸੇ ਤਰ੍ਹਾਂ ਹੀ ਰਹਿੰਦੇ ਆ ਜਿਵੇਂ ਉਹਨੂੰ ਨਹੀਂ ਪਤਾ ਚੱਲਦਾ ਵੀ ਕੀ ਮਤਲਬ ਨਹੀਂ ਹੈਗੇ ਸਰੀਰ ਦੇ ਵਿੱਚ, ਦੰਦ ਉਹਨਾਂ ਦਾ ਤੋੜ ਦਿੱਤਾ ਜਾਂਦਾ। ਸੋ ਇਸਲਾਮ ਦੇ ਵਿੱਚ ਉਹਨਾਂ ਦੇ ਦੰਦ ਨੂੰ ਸ਼ਹੀਦ ਗਿਣਿਆ ਗਿਆ। ਤਾਂ ਵਾਰਿਸ ਨੇ ਆਪਣੀ ਕਵਿਤਾ ਵਿੱਚ ਇਹਦਾ ਲਿਖਿਆ ਵੀ ਆ ਕਿ ਵਾਰਿਸ ਨਬੀ ਦਾ ਦੰਦ ਸ਼ਹੀਦ ਹੋਇਆ। ਵਾਰਿਸ ਨੇ ਆਪਣੀ ਜਦੋਂ ਲਿਖਤ ਲਿਖੀ ਹੈ, ਸੋ ਹਜ਼ਰਤ ਮੁਹੰਮਦ ਸਾਹਿਬ ਨੂੰ ਨਬੀ ਦਾ ਦੰਦ ਉਹਨਾਂ ਦਾ ਆਪਣੇ ਇਸਲਾਮ ਦੇ ਵਿੱਚ ਉਹ ਸ਼ਹੀਦ ਗਿਣਦੇ, ਉਹਨਾਂ ਦਾ ਦੰਦ ਸ਼ਹੀਦ ਹੋਇਆ। ਹੋਰ ਕਰਬਲਾ ਦੇ ਮੈਦਾਨ ਵਿੱਚ ਵੀ ਹਜ਼ਰਤ ਮੁਹੰਮਦ ਸਾਹਿਬ ਦੇ ਦੋਤੇ ਦੀ ਸ਼ਹਾਦਤ ਹੋਈ ਸੀ, ਤੇ ਉਹਨਾਂ ਨੂੰ ਵੀ ਸ਼ਹੀਦੀ ਦਾ ਦਰਜਾ ਦਿੱਤਾ ਗਿਆ। ਤਾਂ ਉਹਨਾਂ ਨੂੰ ਕਿਹਾ ਸ਼ਹੀਦਾਂ ਦਾ ਰਾਜਾ, ਉਹਨਾਂ ਦੇ ਦੋਤੇ ਨੂੰ। ਜਿਸਸ ਕ੍ਰਾਈਸਟ ਦੀ ਵੀ ਸ਼ਹੀਦੀ ਹੋਈ, ਉਹ ਉਹਨਾਂ ਨੂੰ ਸੂਲੀ ਦੇ ਉੱਤੇ ਚਾੜ ਦਿੱਤਾ ਗਿਆ।
ਸੋ ਇਹ ਸ਼ਹੀਦੀਆਂ ਤਾਂ ਹੋਈਆਂ, ਲੇਕਿਨ ਸ਼ਹੀਦਾਂ ਦੇ ਸਰਤਾਜ ਵਾਲਾ ਦਰਜਾ ਕਿਸੇ ਨੂੰ ਵੀ ਨਹੀਂ ਦਿੱਤਾ ਗਿਆ। ਮਨਸੂਰ ਸੂਫੀ ਮੱਤ ਦਾ, ਉਹਨੂੰ ਵੀ ਸ਼ਹੀਦ ਕੀਤਾ ਗਿਆ, ਸੂਲੀ ਦੇ ਉੱਤੇ ਚੜਾ ਕੇ ਉਹਨੂੰ ਸ਼ਹੀਦ ਕੀਤਾ। ਤੋ ਜਿਹਦਾ ਕੋਈ ਗੁਰੂ ਜਿਹੜਾ ਸੀ ਜੁਨੈਦ ਬਗਦਾਦੀ ਸੀਗੇ। ਸੋ ਇਸਲਾਮ ਵਿੱਚ, ਸੂਫੀ ਮੱਤ ਵਿੱਚ, ਯਹੂਦੀ ਧਰਮ ਵਿੱਚ ਵੀ ਸ਼ਹੀਦ ਹੋਏ ਨੇ। ਸਿੱਖ ਧਰਮ ਵਿੱਚ ਵੀ ਗੁਰੂ ਅਰਜਨ ਦੇਵ ਜੀ ਤੋਂ ਵੀ ਪਹਿਲਾਂ ਇੱਕ ਸਿੱਖ ਦੀ ਸ਼ਹੀਦੀ ਹੋਈ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵਕਤ ਬਾਬਰ ਨੇ ਕੀਤਾ ਸੀ ਭਾਈ ਤਾਰੂ ਨੂੰ ਸ਼ਹੀਦ। ਸੋ ਸ਼ਹੀਦੀਆਂ ਪਹਿਲਾਂ ਵੀ ਹੋਈਆਂ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਗਿਆ? ਕਾਰਨ ਇਹ ਜਿੰਨਿਆਂ ਨੂੰ ਵੀ ਸ਼ਹੀਦ ਕੀਤਾ ਗਿਆ, ਇਹਨਾਂ ਦੇ ਲਈ ਜ਼ਿੰਦਗੀ ਦਾ ਕੋਈ ਵੀ ਰਸਤਾ ਨਹੀਂ ਸੀ ਖੁੱਲਾ। ਇਹਨਾਂ ਨੂੰ ਸਿੱਧਾ ਮਾਰਨ ਦਾ ਹੀ ਹੁਕਮ ਸੀ ਕਿ ਇਹਨਾਂ ਨੂੰ ਮਾਰਿਆ ਜਾਵੇ, ਸ਼ਹੀਦ ਕੀਤਾ ਜਾਵੇ। ਕੇਵਲ ਤੇ ਕੇਵਲ ਸਾਰਿਆਂ ਵਿੱਚੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਲਈ ਇੱਕ ਰਸਤਾ ਖੁੱਲਾ ਸੀ। ਜਹਾਂਗੀਰ ਲਿਖਦਾ ਆਪਣਾ ਤੁਝ ਕੇ ਜਹਾਂਗੀਰੀ ਦੇ ਵਿੱਚ ਉਹਦੀਆਂ ਲਿਖਤਾਂ ਮਿਲਦੀਆਂ ਨੇ। ਉਹਦੇ ਵਿੱਚ ਕਹਿੰਦਾ ਹੈ ਕਿ ਅਗਰ ਗੁਰੂ ਅਰਜਨ ਇਸਲਾਮ ਨੂੰ ਕਬੂਲ ਕਰ ਲੈਂਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਨੂੰ ਮਤਲਬ ਜ਼ਿੰਦਾ ਰਹਿਣ ਦਾ ਪੂਰਾ ਹੱਕ ਹੈ। ਤੋ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਦੇ ਅੱਗੇ ਇੱਕ ਰਸਤਾ ਖੁੱਲਾ ਹੈ, ਉਹ ਜ਼ਿੰਦਗੀ ਲੈ ਸਕਦੇ ਆ ਇਸਲਾਮ ਕਬੂਲ ਕਰਕੇ। ਦੂਸਰੀ ਉਹਦੀ ਸ਼ਰਤ ਸੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਹੈ ਇਸਲਾਮ ਦੀ ਬਾਣੀ ਦਰਜ ਕੀਤੀ ਜਾਵੇ। ਸੋ ਕੁਝ ਸ਼ਰਤਾਂ ਸੀ, ਕੰਡੀਸ਼ਨ ਸੀਗੀਆਂ ਵੀ ਇਵੇਂ ਮਹਾਰਾਜ ਲਈ ਇੱਕ ਜ਼ਿੰਦਗੀ ਦਾ ਰਸਤਾ ਸੀ। ਲੇਕਿਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਸੇ ਵੀ ਤਰ੍ਹਾਂ ਝੂਠ ਦਾ ਸਾਥ ਨਹੀਂ ਦੇਣਾ ਚਾਹਿਆ। ਸੋ ਸੱਚ ਦੀ ਗਵਾਹੀ ਦਿੱਤੀ ਆਪਣੀ ਸ਼ਹੀਦੀ ਦੇ ਕੇ, ਕਿਉਂਕਿ ਸੱਚ ਦਾ ਪ੍ਰਚਾਰ ਕਰ ਰਹੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ। ਸੋ ਜ਼ਿੰਦਗੀ ਦਾ ਰਸਤਾ ਨਹੀਂ ਚੁਣਿਆ, ਆਪਣੇ ਆਪ ਨੂੰ ਕੁਰਬਾਨ ਕਰਨ ਦਾ ਸਤਿਗੁਰਾਂ ਨੇ ਰਸਤਾ ਚੁਣ ਲਿਆ। ਮਾਨਵਤਾ ਦੇ ਕਲਿਆਣ ਦੇ ਲਈ, ਸੱਚ ਦੇ ਉੱਤੇ ਪਹਿਰਾ ਦੇਣ ਦੇ ਲਈ, ਤੋ ਖੁਦਾ ਦੇ ਦਰ ਦੇ ਉੱਤੇ, ਪਰਮਾਤਮਾ ਦੇ ਦਰ ਦੇ ਉੱਤੇ ਆਪਣੀ ਗਵਾਹੀ ਦਿੱਤੀ। ਤੋ ਦੁਨੀਆ ਦੇ ਹੋ ਰਹੇ ਜ਼ੁਲਮਾਂ ਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ। ਇਸ ਕਾਰਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ। ਤੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਹੁਣ ਅਸੀਂ ਦੇਖਾਂਗੇ ਸ਼ਹੀਦੀ ਦੇ ਕਾਰਨ ਕੀ ਨੇ। ਲੇਕਿਨ ਉਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦਾ ਮਾੜਾ ਜਿਹਾ ਥੋੜ੍ਹਾ ਜਿਹਾ ਜੀਵਨ ਦੇ ਅਸੀਂ ਦਰਸ਼ਨ ਕਰੀਏ ਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 1563 ਈਸਵੀ ਦੇ ਵਿੱਚ ਚੌਥੇ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਦੇ ਵਿੱਚੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਆਗਮਨ ਹੋਇਆ 1563 ਵਿੱਚ ਗੋਇੰਦਵਾਲ ਸਾਹਿਬ ਵਿਖੇ। ਤੋ 11 ਸਾਲ ਆਪਣੇ ਨਾਨਾ ਸਤਿਗੁਰ ਜੀ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਸਤਿਗੁਰ ਜੀ ਰਹੇ ਨੇ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ। ਤੋ ਉਹਨਾਂ ਦੀ ਛਤਰ ਛਾਇਆ ਹੇਠ ਰਹਿਣਾ ਸਮਝ ਲਓ ਕਿ ਬੜੀਆਂ ਵੱਡੀਆਂ ਅਸੀਸਾਂ ਨੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਸਤਿਗੁਰ ਜੀ। ਹਲੇ ਉਹਨਾਂ ਦੇ ਆਪਣੇ ਪਿਤਾ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਗੁਰੂ ਰੂਪ ਵਿੱਚ ਨਹੀਂ, ਉਸ ਵਕਤ ਨਾਨਾ ਜੀ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ। ਤੋ ਸਤਿਗੁਰਾਂ ਦੀ ਛਤਰ ਛਾਇਆ ਹੇਠ ਪਲੇ ਬੜੇ, ਅਸੀਸਾਂ ਮਾਣੀਆਂ, ਨਿੱਘ ਮਾਣਿਆ। ਉਹ ਇਤਿਹਾਸਕਾਰਾਂ ਨੇ ਬੜੀਆਂ ਇਤਿਹਾਸ ਵਿੱਚੋਂ ਛੋਟੀਆਂ-ਛੋਟੀਆਂ ਘਟਨਾਵਾਂ ਸਾਂਭ ਕੇ ਰੱਖੀਆਂ ਨੇ ਜਦੋਂ ਰੁੜਦੇ ਸੀਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ। ਤੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਆਪਣੀ ਬੰਦਗੀ ਦੇ ਵਿੱਚ ਬੈਠੇ ਨੇ ਤਾਂ ਇੱਕ ਵਾਰ ਜਾ ਕੇ ਨਾ ਉਹਨਾਂ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਲਕ ਰੂਪ ਵਿੱਚ ਨੇ ਤਾਂ ਜਿਸ ਮੰਜੀ ਦੇ ਉੱਤੇ ਬੈਠੇ ਨੇ ਉਹ ਮੰਜਾ ਹਿਲਾਤਾ। ਬੱਚਾ ਜਿਵੇਂ ਨਾ ਹੱਥ ਫੜ ਕੇ ਮੰਜੇ ਨੂੰ ਖੜਨਾ ਚਾਹੁੰਦਾ, ਸੋ ਇਵੇਂ ਮੰਜਾ ਹਿਲਿਆ। ਤੋ ਬੀਬੀ ਭਾਨੀ ਜੀ ਉਹ ਫਟਾਫਟ ਗਏ ਵੀ ਆਪਣੇ ਪੁੱਤਰ ਨੂੰ ਮੈਂ ਲੈ ਆਵਾਂ ਕਿ ਪਿਤਾ ਜੀ ਦੀ ਬੰਦਗੀ ਜਿਹੜੀ ਉਹਦੇ ਵਿੱਚ ਡਿਸਟਰਬੈਂਸ ਨਾ ਹੋਵੇ। ਤਾਂ ਉਹ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ, ਇਹ ਕੌਣ ਪੁਰਖ ਹੈ ਭਾਰੀ ਜਿਹਨੇ ਮੰਜੀ ਹਿਲਾਈ ਸਾਡੀ ਸਾਰੀ। ਕਹਿੰਦੇ ਸਾਰੀ ਮੰਜੀ ਹਿਲਾਤੀ, ਕੌਣ ਭਾਰੀ ਪੁਰਖ ਹੈ? ਸੋ ਪਹਿਲਾਂ ਹੀ ਦੱਸ ਰਹੇ ਸੀ ਕਿ ਬੜਾ ਭਾਰੀ ਇਹ ਰੂਹ, ਬੜੀ ਤਕੜੀ ਰੂਹ ਹੈ। ਤੋ ਇੱਕ ਵਾਰੀ ਮੈਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਲੰਗਰ ਪ੍ਰਸ਼ਾਦਾ ਛਕ ਰਹੇ ਨੇ ਤਾਂ ਉਦੋਂ ਵੀ ਰੁੜਦਿਆਂ ਜਾ ਕੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਥਾਲੀ ਨੂੰ ਹੱਥ ਪਾ ਲਿਆ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਬੀਬੀ ਭਾਨੀ ਜੀ ਉਦੋਂ ਵੀ ਚੱਕਣ ਗਏ ਤਾਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਬੜੇ ਪ੍ਰੇਮ ਨਾਲ ਕਿਹਾ, ਜਦੋਂ ਬਾਲਕ ਨੇ ਥਾਲੀ ਨੂੰ ਹੱਥ ਪਾਇਆ, ਕਿਹਾ ਠਹਿਰ ਓਏ ਥਾਲੀ ਦੀਆਂ ਮਾਲਕਾ, ਇੱਕ ਦਿਨ ਸਮਾਂ ਆ ਲੈਣ ਦਿਓ, ਤੁਸੀਂ ਬੜਾ ਵੱਡਾ ਥਾਲ ਪਰੋਸਣਾ, ਪੂਰੇ ਸੰਸਾਰ ਨੇ ਉਹਦੇ ਵਿੱਚ ਰੱਜ ਰੱਜ ਕੇ ਛਕੀ ਜਾਣਾ। ਸੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਥਾਲ ਜਿਹੜਾ ਪਰੋਸਿਆ ਸਾਰੇ ਸੰਸਾਰ ਦੇ ਲਈ, ਜਿਹੜਾ ਬਾਣੀ ਵਿੱਚ ਵੀ ਜ਼ਿਕਰ ਹੈ, ਥਾਲ ਵਿੱਚ ਤਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ठाकुर का पयो, जिसका सब सधारो, जे को खावे जे को पुंचे तिसका हो उदारो। ਵੀ ਸਾਡੇ ਸਾਰਿਆਂ ਲਈ ਥਾਲ ਮਾਰੇ ਨੇ ਪਰੋਸਿਆ। ਸੋ ਗੁਰੂ ਅਮਰਦਾਸ ਜੀ ਸਤਿਗੁਰਾਂ ਨੇ ਪਹਿਲਾਂ ਹੀ ਵਚਨ ਜਿਹੜੇ ਨੇ ਉਹ ਇਸ਼ਾਰੇ ਰੂਪ ਵਿੱਚ ਦੱਸ ਦਿੱਤੇ ਸੀਗੇ। ਉਹ 11 ਸਾਲ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨ ਵਿੱਚ ਰਹੇ। ਸੋ ਗੁਰਮੁਖੀ ਦੀ ਵਿਦਿਆ ਵੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਕੋਲੋਂ ਹੀ ਗੁਰੂ ਅਰਜਨ ਦੇਵ ਜੀ ਨੂੰ ਮਿਲੀ।
ਜਿਹੜੀ ਗਣਿਤ ਦੀ ਵਿਦਿਆ, ਹਿਸਾਬ-ਕਿਤਾਬ ਦੀ, ਮੈਥਸ ਜਿਹਨੂੰ ਅਸੀਂ ਕਹਿ ਦਿੰਦੇ ਆ, ਉਹ ਮਾਮਾ ਮੋਹਰੀ ਜੀ ਦੇ ਕੋਲੋਂ। ਦੇਵਨਾਗਰੀ ਦੀ ਵਿਦਿਆ ਪਿੰਡ ਦੇ ਪਾਂਧੇ ਕੋਲੋਂ, ਫਾਰਸੀ ਦੀ ਵਿਦਿਆ ਪਿੰਡ ਦੇ ਮੌਲਵੀ ਕੋਲੋਂ, ਔਰ ਸੰਸਕ੍ਰਿਤ ਦੀ ਵਿਦਿਆ ਜਿਹੜੀ ਪੰਡਤ ਬੇਨੀ ਜੀ ਪਾਸੋਂ। ਜਿਹੜੇ ਕਿ ਪੰਡਤ ਜੀ ਨੇ ਵੀ ਬੜਾ ਸਿੱਖੀ ਦਾ ਪ੍ਰਚਾਰ ਕੀਤਾ ਸੀ। ਜਦੋਂ ਗੁਰੂ ਨਾਨਕ ਦੇ ਘਰ ਦੀ ਸਮਝ ਆਈ ਵੀ ਕਿਹੜਾ ਉਪਦੇਸ਼ ਦੇ ਰਹੇ ਨੇ, ਸੱਚ ਦਾ ਉਪਦੇਸ਼ ਇੱਕ ਅਕਾਲ ਪੁਰਖ ਨਾਲ ਜੋੜ ਰਹੇ ਨੇ, ਸੋ ਪੰਡਤ ਬੇਨੀ ਜੀ ਵੀ ਗੁਰਮਤਿ ਦਾ ਵੀ ਪ੍ਰਚਾਰ ਕੀਤਾ, ਔਰ ਸੰਸਕ੍ਰਿਤ ਦੀ ਵਿਦਿਆ ਵੀ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਪਾਸੋਂ ਮਿਲੀ। ਔਰ ਰਾਗ ਵਿਦਿਆ ਦੇ ਕਿੰਨੇ ਵੱਡੇ ਪਾਰਖੂ ਹੋਏ ਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ। ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਰਾਗਾਂ ਦੇ ਵਿੱਚ ਇਕੱਤਰਿਤ ਕੀਤੀ ਹੈ ਗੁਰੂ ਮਹਾਰਾਜ ਜੀ ਨੇ। ਜਦੋਂ 16 ਸਾਲ ਦੀ ਆਪ ਜੀ ਦੀ ਉਮਰ ਹੋਈ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ, ਉਦੋਂ ਮਾਤਾ ਗੰਗਾ ਜੀ ਦੇ ਨਾਲ ਆਪ ਜੀ ਦਾ ਆਨੰਦ ਕਾਰਜ ਹੋਇਆ, ਵਿਆਹ ਹੋਇਆ। ਤੇ ਜਦੋਂ 18 ਸਾਲਾਂ ਦੇ ਹੋਏ 1581 ਈਸਵੀ ਦੇ ਵਿੱਚ ਗੋਹਿੰਦਵਾਲ ਸਾਹਿਬ ਵਿਖੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੀ ਗੁਰਤਾ ਗੱਦੀ, ਗੁਰੂ ਨਾਨਕ ਦੀ ਜਿਹੜੀ ਘਰ ਦੀ ਰੀਤ ਮਰਿਆਦਾ ਚੱਲੀ ਆ ਰਹੀ ਸੀ, ਅੱਗੇ ਤੋਂ ਅੱਗੇ ਜੋਤ ਜਿਹੜੀ ਟ੍ਰਾਂਸਫਰ ਹੁੰਦੀ ਸੀ, ਤਾਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿੱਚ ਆਪਣੀ ਜੋਤ ਰੱਖੀ। ਜਦ ਕਿ ਉਹਨਾਂ ਦੇ 3 ਸਾਹਿਬਜ਼ਾਦੇ ਸੀਗੇ, ਬਾਬਾ ਪ੍ਰਿਥਵੀ ਚੰਦ ਵੀ ਸੀਗੇ, ਬਾਬਾ ਮੋਹਰੀ ਜੀ ਵੀ ਸੀਗੇ, ਲੇਕਿਨ ਇਹ ਜਿਹੜੀ ਦਾਤ ਮਿਲੀ ਇਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਕਿਉਂਕਿ ਉਹਨਾਂ ਨੂੰ ਹਰ ਤਰ੍ਹਾਂ ਉਹਨਾਂ ਨੇ ਕਾਬਲ ਪਾਇਆ ਸੀ। ਸਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਚਪਨ ਤੋਂ ਹੀ ਬੜੇ ਸ਼ਾਂਤ ਸੁਭਾਅ ਵਾਲੇ, ਅਚਲ ਅਡੋਲ ਰਹਿਣ ਵਾਲੇ, ਨਾਮ ਦੇ ਵਿੱਚ ਜੁੜੇ ਹੋਏ। ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਗੁਣ ਸੀ ਹੁਕਮ ਮੰਨਣਾ। ਜੋ ਪਿਤਾ ਸਤਿਗੁਰੂ ਜੀ ਹੁਕਮ ਕਰ ਦਿੰਦੇ ਸਨ, ਉਸੇ ਵਕਤ ਹੁਕਮ ਨੂੰ ਮੰਨਦੇ ਸੀਗੇ। ਜਿਵੇਂ ਇੱਕ ਇਤਿਹਾਸ ਦੇ ਵਿੱਚ ਇਹ ਘਟਨਾ ਦਾ ਜ਼ਿਕਰ ਵੀ ਹੈ ਕਿ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਲਾਹੌਰ ਤੋਂ ਰਿਸ਼ਤੇਦਾਰਾਂ ਵਿੱਚ ਵਿਆਹ ਸੀਗਾ ਭਾਈ ਸਿਹਾਰੀ ਮਲ ਦੀ ਪੁੱਤਰੀ ਦਾ। ਤੋਂ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਬੇਨਤੀ ਕਰਨ ਆਏ ਵੀ ਤੁਸੀਂ ਬੱਚੀ ਦੇ ਆਨੰਦ ਕਾਰਜ ਵਿੱਚ ਆਪਣੀਆਂ ਅਸੀਸਾਂ ਦਿਓ ਆ ਕੇ। ਤਾਂ ਸਤਿਗੁਰਾਂ ਨੇ ਕਿਹਾ ਅਸੀਂ ਤਾਂ ਇਹ ਕਾਰਜਾਂ ਵਿੱਚ ਸੇਵਾ ਵਿੱਚ ਜਿਹੜਾ ਸਾਡੇ ਕੋਲ ਸਮਾਂ ਨਹੀਂ, ਪਰ ਆਪਣੇ ਕਿਸੇ ਸਾਹਿਬਜ਼ਾਦੇ ਨੂੰ ਭੇਜ ਦਿੰਦੇ ਆ, ਉਹ ਨਾਲੇ ਸਾਰੇ ਕਾਰਜਾਂ ਵਿੱਚ ਹੈਲਪ ਵੀ ਕਰਨਗੇ ਤੇ ਆਪ ਜੀ ਦੇ ਪਾਸ ਉੱਤੇ ਰਹਿਣਗੇ। ਤੇ ਬਾਬਾ ਪ੍ਰਿਥਵੀ ਚੰਦ ਜੀ ਨੂੰ ਬੁਲਾਇਆ, ਤਾਂ ਕਿਉਂਕਿ ਬਾਬਾ ਪ੍ਰਿਥਵੀ ਚੰਦ ਜੀ ਜਿਹੜਾ ਸੇਵਾ ਤਾਂ ਬਹੁਤ ਕਰ ਰਹੇ ਸੀ, ਲੇਕਿਨ ਪੈਸੇ ਦਾ ਵੀ ਸਾਰਾ ਹਿਸਾਬ ਕਿਤਾਬ ਉਹੀ ਰੱਖਦੇ ਸੀਗੇ। ਤਾਂ ਬਾਬਾ ਪ੍ਰਿਥਵੀ ਚੰਦ ਜੀ ਨੇ ਇਨਕਾਰ ਕਰ ਦਿੱਤਾ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕਿ ਸਤਿਗੁਰੂ ਜੀ ਮੈਂ ਨਹੀਂ ਜਾਣਾ, ਅਸੀਂ ਤਾਂ ਸੇਵਾ ਕਰ ਰਹੇ ਹਾਂ। ਤੋ ਬਾਬਾ ਮੋਹਰੀ ਜੀ ਨੂੰ ਬੁਲਾਇਆ ਗਿਆ, ਤਾਂ ਉਹਨਾਂ ਨੇ ਵੀ ਇਨਕਾਰ ਕਰ ਦਿੱਤਾ। ਉਹ ਵਿਰਕਤ ਸੁਭਾਅ ਦੇ ਸੀਗੇ ਵੀ ਅਸੀਂ ਬੰਦਗੀ ਵਿੱਚ ਲੀਨ ਹਾਂ, ਸਾਨੂੰ ਵਿਆਹ ਸ਼ਾਦੀਆਂ ਤੋਂ ਕੀ। ਤੋ ਦੋਨੋਂ ਪੁੱਤਰ ਜਿਹੜੇ ਵੱਡੇ ਨੇ ਇਨਕਾਰੀ ਹੋ ਗਏ। ਤੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬੁਲਾਇਆ ਗਿਆ, ਸਾਹਿਬਜ਼ਾਦੇ ਰੂਪ ਵਿੱਚ ਸਨ। ਉਹਨਾਂ ਨੂੰ ਜਦੋਂ ਕਿਹਾ ਤਾਂ ਬੇਸ਼ੱਕ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਤੋਂ ਦੂਰ ਨਹੀਂ ਸੀ ਰਹਿਣਾ ਚਾਹੁੰਦੇ, ਇਤਨਾ ਪ੍ਰੇਮ ਕਰਦੇ ਸੀ, ਪਰ ਲੇਕਿਨ ਸਤਿਗੁਰਾਂ ਦਾ ਬਚਨ ਕਮਾਇਆ, 7 ਬਚਨ ਕਰਕੇ ਚਲੇ ਗਏ। ਨਾਲ ਸਤਿਗੁਰਾਂ ਨੇ ਕਿਹਾ ਜਿੰਨਾ ਟਾਈਮ ਅਸੀਂ ਤੁਹਾਨੂੰ ਬੁਲਾਈਏ, ਸੁਨੇਹਾ ਨਾ ਭੇਜੀਏ, ਤੁਸੀਂ ਵਾਪਸ ਨਹੀਂ ਆਣਾ। ਵਿਆਹ ਸ਼ਾਦੀ ਵਿੱਚ ਵੀ ਸਾਰੀ ਨਾਲ ਹੈਲਪ ਕਰਵਾਣੀ ਆ ਔਰ ਨਾਲ ਉੱਥੇ ਗੁਰਮਤਿ ਦਾ ਪ੍ਰਚਾਰ ਵੀ ਕਰਨਾ। ਸੋ 2 ਸਾਲ ਉੱਥੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਜਿਹੜੇ ਨੇ ਲਾਹੌਰ ਵਿੱਚ ਹੀ ਰਹੇ ਨੇ, ਜਦ ਤੱਕ ਇੱਧਰੋਂ ਹੁਕਮ ਨਹੀਂ ਗਿਆ, ਸਤਿਗੁਰਾਂ ਦਾ ਸੁਨੇਹਾ ਨਹੀਂ ਗਿਆ, ਵਾਪਸ ਨਹੀਂ ਆਏ। ਜਦ ਕਿ ਮਨ ਅੰਦਰ ਬੜਾ ਤੜਪਦਾ ਕਿ ਪਿਤਾ ਸਤਿਗੁਰੂ ਜੀ ਸਾਨੂੰ ਸੁਨੇਹਾ ਭੇਜ ਦੇਣ, ਜਿਹੜਾ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਤ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਵ ਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਚਿੱਠੀਆਂ ਭੇਜ ਰਹੇ ਨੇ ਬਾਰ-ਬਾਰ। ਚਲੋ ਇੱਧਰਲੇ ਇਤਿਹਾਸ ਨੂੰ ਅਸੀਂ ਨਾ ਜਾਈਏ। ਤੋ ਇੰਨਾ ਤੜਪ ਰਹੇ ਨੇ, ਲੇਕਿਨ ਹੁਕਮ ਇੰਨਾ ਕਮਾ ਰਹੇ ਨੇ ਕਿ ਅਗਰ ਸਤਿਗੁਰੂ ਜੀ ਦਾ ਸੁਨੇਹਾ ਨਹੀਂ ਆਇਆ ਤਾਂ ਉਹਨਾਂ ਦਾ ਵਚਨ ਕਮਾਣਾ ਕਿ ਉਨੀ ਦੇਰ ਨਹੀਂ ਅਸੀਂ ਜਾਣਾ। ਤੇ ਸਤਿਗੁਰਾਂ ਨੇ ਬੁਲਾਇਆ ਔਰ ਗੁਰਤਾ ਗੱਦੀ ਆਪਣੀ ਦਿੱਤੀ ਹੈ। ਤੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਦੋਂ ਗੁਰਤਾ ਗੱਦੀ ਤੇ ਆ ਬਿਰਾਜੇ, ਤਾਂ ਗੁਰੂ ਰਾਮਦਾਸ ਜੀ ਨੇ ਆਪਣਾ ਚੋਲਾ ਜਿਹੜਾ ਸੰਕੋਚ ਲਿਆ। ਫਿਰ 2 ਮਹੀਨਿਆਂ ਬਾਅਦ ਆਪ ਅੰਮ੍ਰਿਤਸਰ ਸਾਹਿਬ ਆ ਗਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਥੇ ਆ ਕੇ ਫਿਰ ਜਿਹੜੇ ਪਿਤਾ ਸਤਿਗੁਰੂ ਜੀ ਨੇ ਸੇਵਾ ਦੇ ਕਾਰਜ ਆਰੰਭੇ ਹੋਏ ਸਨ, ਉਹਨਾਂ ਨੂੰ ਹੋਰ ਅੱਗੇ ਵਧਾਉਣਾ ਸ਼ੁਰੂ ਕੀਤਾ। ਗੁਰਸਿੱਖੀ ਦਾ ਪ੍ਰਚਾਰ ਵੀ, ਬਾਣੀ ਵੀ ਲਿਖ ਰਹੇ ਨੇ ਆਪਣੀ, ਔਰ ਨਾਲ ਜਿਹੜਾ ਹੈ ਸਰੋਵਰ ਬੜੇ ਬਣਾਏ। ਕਿਉਂਕਿ ਉਦੋਂ ਕੀ ਸੀ ਕਿ ਜਿਹੜੇ ਇਹ ਬ੍ਰਾਹਮਣ ਲੋਕ ਸਨ, ਹਿੰਦੂ ਧਰਮ ਦੇ ਕਹਿ ਲਈਏ, ਜਾਂ ਇਹਨਾਂ ਦੇ ਜੋ ਤਲਾਬ ਸਰੋਵਰ ਸਨ, ਉੱਥੇ ਜਿਨ੍ਹਾਂ ਨੂੰ ਇਹ ਨੀਵੀਂ ਜਾਤੀਆਂ ਵਾਲੇ ਆਖਦੇ ਸਨ। ਗੁਰੂ ਨਾਨਕ ਦਾ ਘਰ ਕਿਸੇ ਨੂੰ ਨੀਚਾ ਉੱਚਾ ਨਹੀਂ ਦੇਖਦਾ, ਲੇਕਿਨ ਇਹ ਲੋਕ ਇਸ ਤਰ੍ਹਾਂ ਕਰਦੇ ਸਨ, ਵਰਨ ਵੰਡ ਕੀਤੀ ਹੋਈ ਸੀ। ਸੋ ਨੀਵੀਂ ਜਾਤੀ ਵਾਲਿਆਂ ਨੂੰ ਨਾ ਇਹਨਾਂ ਦੇ ਤਲਾਵਾਂ ਤੋਂ, ਨਾ ਇਹਨਾਂ ਦੇ ਖੂਹਾਂ ਤੋਂ ਪਾਣੀ ਲੈ ਸਕਦੇ ਸਨ, ਨਾ ਇਸ਼ਨਾਨ ਕਰ ਸਕਦੇ ਸਨ। ਉਹਨਾਂ ਦਾ ਬੁਰਾ ਹਾਲ ਕੀਤਾ ਹੋਇਆ ਸੀ।
ਸੋ ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਹੜਾ ਇੱਧਰ ਹਰਿਮੰਦਰ ਸਾਹਿਬ ਦਾ ਜਿਹੜਾ ਸਰੋਵਰ ਦੀ ਸੇਵਾ ਸ਼ੁਰੂ ਕੀਤੀ ਸੀ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਹਨੂੰ ਵੀ ਸੰਪੂਰਨ ਕਰਾਇਆ। ਤਰਨ ਤਾਰਨ ਸਾਹਿਬ ਵੀ ਉੱਥੇ ਵੀ ਮਹਾਰਾਜ ਨੇ ਸਰੋਵਰ ਦੀ ਉਸਾਰੀ ਕੀਤੀ। ਸੋ ਅਲੱਗ-ਅਲੱਗ ਜਗ੍ਹਾ ਮਹਾਰਾਜ ਜੀ ਨੇ, ਲਾਹੌਰ ਦੇ ਵਿੱਚ ਵੀ ਜਿਹੜੀ ਬੌਲੀ ਸਾਹਿਬ ਦੀ ਉਸਾਰੀ ਕੀਤੀ ਸੀ, ਤਾਂ ਕਿ ਸਾਂਝੇ ਸਥਾਨ ਬਣਾਏ ਵੀ ਕੋਈ ਵੀ ਆਵੇ, ਇੱਥੇ ਕੋਈ ਜਾਤੀ ਦਾ ਭੇਦਭਾਵ ਨਹੀਂ, ਕੋਈ ਊਚ ਦਾ ਭੇਦਭਾਵ ਨਹੀਂ। ਇਹ ਪਾਣੀ ਸਾਰਿਆਂ ਲਈ ਹੈ, ਸਾਰੀਆਂ ਚੀਜ਼ਾਂ ਸਾਰਿਆਂ ਦੇ ਲਈ ਨੇ। ਸੋ ਇਸ ਕਰਕੇ ਗੁਰੂ ਅਰਜਨ ਦੇਵ ਜੀ ਹਰਮਨ ਪਿਆਰੇ ਵੀ ਬਹੁਤ ਸੰਗਤਾਂ ਦੇ ਹੋਣ ਲੱਗ ਗਏ। ਸਾਰਿਆਂ ਨੂੰ ਪਿਆਰ ਮਿਲਣ ਲੱਗ ਗਿਆ, ਸਾਰੇ ਗੁਰੂ ਮਹਾਰਾਜ ਦੇ ਪਾਸ ਆਉਣ ਲੱਗ ਗਏ। ਤੋ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਫਿਰ ਲਾਹੌਰ ਦੇ ਵਿੱਚ ਕਾਲ ਪੈ ਗਿਆ। ਤੋ ਉਹ ਇਹੋ ਜਿਹਾ ਸਮਾਂ ਹੁੰਦਾ, ਨਾ ਬਾਰਿਸ਼ਾਂ ਹੁੰਦੀਆਂ, ਨਾ ਫਸਲਾਂ ਹੁੰਦੀਆਂ, ਲੋਕ ਭੁੱਖ ਦੇ ਨਾਲ ਮਰਨ ਲੱਗ ਜਾਂਦੇ ਨੇ। ਜਿਵੇਂ ਅੱਜ ਵੀ ਮੁਸੀਬਤ ਦਾ ਸਮਾਂ ਆਇਆ, ਪਰ ਉਹ ਬਹੁਤ ਭਿਆਨਕ ਸਮਾਂ ਸੀ। ਲੋਕ ਭੁੱਖ ਨਾਲ ਵੀ ਮਰ ਰਹੇ ਸਨ ਤੇ ਰੋਗ ਦੇ ਨਾਲ ਵੀ ਮਰ ਰਹੇ ਸਨ। ਉਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਗਏ। 8 ਮਹੀਨੇ ਉੱਥੇ ਮਹਾਰਾਜ ਜੀ ਰਹੇ। ਉਹ ਰੋਗੀਆਂ ਦੀ ਖੁਦ ਸੇਵਾ ਕੀਤੀ। ਰੋਜ਼ ਕਿੰਨੀਆਂ ਮੌਤਾਂ ਹੋ ਰਹੀਆਂ ਸਨ। ਮਹਾਰਾਜ ਜੀ ਸਿੱਖਾਂ ਨੂੰ ਲੈ ਕੇ ਆਪ ਉਹਨਾਂ ਦਾ ਸੰਸਕਾਰ, ਜਿਹੜਾ ਉਹਨਾਂ ਦੀ ਮ੍ਰਿਤਕ ਦੇਹਾਂ ਦਾ ਕੀਤਾ। ਉਹ ਦਵਾਖਾਨੇ ਖੋਲੇ, ਦਵਾਈਆਂ ਦਿੱਤੀਆਂ, ਉਹਨਾਂ ਦਾ ਹਰ ਤਰ੍ਹਾਂ ਲੰਗਰ ਪਾਣੀ, ਜਲ ਪਾਣੀ ਦਾ ਪ੍ਰਬੰਧ ਕੀਤਾ। ਤੋ ਉਹ ਵੀ ਜਦੋਂ ਸਾਰਿਆਂ ਲੋਕਾਂ ਨੇ ਦੇਖਿਆ ਕਿ ਮਹਾਰਾਜ ਜੀ ਹੱਥੀਂ ਸੇਵਾ ਆਪ ਕਰ ਰਹੇ ਨੇ, ਇੰਨੇ ਪ੍ਰੇਮ ਦੇ ਨਾਲ ਸੰਗਤਾਂ ਨੂੰ ਲੈ ਕੇ। ਔਰ ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਾ ਦਸਵੰਧ ਕੱਢਣ ਦਾ ਮਰਿਆਦਾ ਬਣਾਈ ਸੀ। ਭਾਈ ਸਰੋਵਰ ਬਣ ਰਹੇ ਨੇ, ਹਰਿਮੰਦਰ ਸਾਹਿਬ ਦੀ ਵੀ ਉਸਾਰੀ ਹੋ ਰਹੀ ਹੈ। ਸੋ ਤੁਸੀਂ ਆਪਣਾ ਦਸਵੰਧ ਜਿਹੜਾ ਗੁਰੂ ਘਰ ਵਿੱਚ ਆਪਣਾ ਜ਼ਰੂਰ ਭੇਜੋ, ਤਾਂ ਕਿ ਇਹ ਮਾਨਵਤਾ ਦੇ ਕਲਿਆਣ ਦੇ ਲਈ ਜਿਹੜੇ ਕਾਰਜ ਹੋ ਰਹੇ ਨੇ, ਇਹਨਾਂ ਵਿੱਚ ਵਾਧਾ ਹੋਵੇ। ਉਸ ਵਕਤ ਮਹਾਰਾਜ ਨੇ ਸਾਰੀਆਂ ਸੇਵਾਵਾਂ ਹੋਰ ਰੋਕ ਦਿੱਤੀਆਂ। ਉਦੋਂ ਮਹਾਰਾਜ ਨੇ ਕਿਹਾ ਵੀ ਹੁਣ ਲਾਹੌਰ ਦੇ ਵਿੱਚ ਆਪਣਾ ਇੱਥੇ ਸਿੱਖਾਂ ਨੂੰ ਕਿਹਾ ਦਸਵੰਧ ਪਹੁੰਚਾਓ, ਲੋਕ ਭੁੱਖ ਨਾਲ ਮਰ ਰਹੇ ਨੇ, ਇਹਨਾਂ ਦਾ ਢਿੱਡ ਭਰੇ। ਇੱਥੇ ਬੌਲੀ ਸਾਹਿਬ ਦੀ ਉਸਾਰੀ ਕੀਤੀ, ਇਹਨਾਂ ਨੂੰ ਪਾਣੀ ਮਿਲੇ, ਇਹਨਾਂ ਨੂੰ ਦਵਾਈਆਂ ਮਿਲਣ। ਸੋ ਇਹ ਸਾਨੂੰ ਇੱਕ ਮਹਾਰਾਜ ਜੀ ਸਿੱਖਿਆ ਵੀ ਦੇ ਰਹੇ ਨੇ ਵੀ ਜਿਸ ਸਮੇਂ ਜਿਸ ਚੀਜ਼ ਦੀ ਜ਼ਰੂਰਤ ਹੈ, ਉਸ ਟਾਈਮ ਉੱਥੇ ਸੇਵਾ ਦੇ ਵਿੱਚ ਆਪਣਾ ਜਿਹੜਾ ਸਹਿਯੋਗ ਦਿਓ। ਤੇ ਸਿੱਖ ਸੰਗਤਾਂ ਨੇ ਖੁੱਲ ਕੇ ਸਤਿਗੁਰਾਂ ਦੇ ਚਰਨ ਸ਼ਰਨ ਹੇਠ ਰੱਜ ਰੱਜ ਕੇ ਸੇਵਾਵਾਂ ਕੀਤੀਆਂ। ਤੋ ਗੁਰੂ ਮਹਾਰਾਜ ਜੀ ਫਿਰ ਅੰਮ੍ਰਿਤਸਰ ਸਾਹਿਬ ਆ ਗਏ ਨੇ। ਤੋ ਸਤਿਗੁਰ ਇਤਨੇ ਹਰਮਨ ਪਿਆਰੇ ਹੋ ਗਏ ਨੇ। ਗੁਰੂ ਨਾਨਕ ਦੇ ਘਰ ਦੀ ਸਿੱਖੀ ਇਤਨੀ ਫੈਲ ਚੁੱਕੀ ਹੈ ਕਿ ਦੂਰੋਂ ਦਰੇਡੋਂ ਸੰਗਤਾਂ ਚੱਲ ਚੱਲ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਉਂਦੀਆਂ ਨੇ। ਇੱਕ ਠੰਡ ਮਿਲਦੀ, ਇੱਕ ਸ਼ਾਂਤੀ ਮਿਲਦੀ, ਇੱਕ ਪ੍ਰੇਮ ਮਿਲਦਾ, ਇੱਕ ਰੂਹਾਨੀਅਤ ਦਾ ਗਿਆਨ ਮਿਲਦਾ ਸਤਿਗੁਰਾਂ ਦੇ ਪਾਸੋਂ। ਤੋ ਬਾਬਾ ਪ੍ਰਿਥਵੀ ਚੰਦ, ਇਹ ਗੁਰੂ ਅਰਜਨ ਦੇਵ ਜੀ ਦੇ ਨਾਲ ਬਹੁਤ ਈਰਖਾ ਕਰਦਾ, ਕਿਉਂਕਿ ਇਹ ਵੱਡਾ ਸੁਪੁੱਤਰ ਸੀ। ਬਾਬਾ ਪ੍ਰਿਥਵੀ ਚੰਦ ਨੂੰ ਲੱਗਦਾ ਸੀ ਕਿ ਗੁਰਤਾ ਗੱਦੀ ਮੈਨੂੰ ਹੀ ਮਿਲਣੀ ਚਾਹੀਦੀ ਹੈ, ਲੇਕਿਨ ਇਹ ਤਾਂ ਨਿਰੰਕਾਰੀ ਜੋਤ ਉੱਥੇ ਹੀ ਜਿਹੜੀ ਪ੍ਰਵੇਸ਼ ਹੋਣੀ ਹੈ, ਜਿੱਥੇ ਕਿ ਸੱਚ ਦਾ ਜਿਹੜਾ ਸਥਾਨ ਹੋਵੇ, ਜਿਹਦਾ ਹਿਰਦਾ ਸੱਚਾ ਹੋਵੇ। ਕੋਈ ਈਰਖਾ ਨਹੀਂ, ਕੋਈ ਕੁਛ ਨਹੀਂ, ਹੁਕਮ ਜਿਹੜਾ ਮੰਨ ਰਹੇ ਨੇ। ਤੋ ਬਾਬਾ ਪ੍ਰਿਥਵੀ ਚੰਦ ਨੇ ਕੀ ਕੀਤਾ ਕਿ ਆਪਣੇ ਸਿੱਖ ਜਿਹੜੇ ਨਾ, ਮਸੰਦ ਸਿੱਖ, ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਦੇ ਰਾਹਾਂ ਦੇ ਵਿੱਚ ਖੜਾ ਦਿੱਤਾ। ਜਿਹੜੀਆਂ ਸੰਗਤਾਂ ਸਤਿਗੁਰਾਂ ਨੂੰ ਮਿਲਣ ਆਉਂਦੀਆਂ ਨੇ, ਆਪਣੀਆਂ ਰਸਦਾਂ ਵਸਦਾਂ, ਆਪਣੇ ਦਸਵੰਧ ਦੀਆਂ ਭੇਟਾਂ ਲੈ ਲੈ ਕੇ ਆਉਂਦੀਆਂ ਨੇ। ਤੋ ਬਾਬਾ ਪ੍ਰਿਥਵੀ ਚੰਦ ਉਹਨਾਂ ਆਪਣੇ ਉਹ ਜਿਹੜੇ ਮਸੰਦ ਬਿਠਾਏ ਨੇ ਸਿੱਖ, ਉਹਨਾਂ ਨੂੰ ਕਹਿੰਦਾ ਵੀ ਰਸਦਾਂ ਵਸਦਾਂ ਭੇਟਾਵਾਂ ਸਾਰੀਆਂ ਲੈ ਲਿਆ ਕਰੋ, ਔਰ ਲੰਗਰ ਛਕਣ ਲਈ ਗੁਰੂ ਅਰਜਨ ਦੇਵ ਜੀ ਦੇ ਲੰਗਰਾਂ 'ਚ ਭੇਜ ਦਿਆ ਕਰੋ। ਸੋ ਸੰਗਤਾਂ ਇਵੇਂ ਹੀ ਕਰਦੀਆਂ, ਕਿਉਂਕਿ ਅੱਗੇ ਵੀ ਬਾਬਾ ਪ੍ਰਿਥਵੀ ਚੰਦ ਜੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਵੇਲੇ ਧਨ ਦੀ ਸਾਰੀ ਸੇਵਾ ਸੰਭਾਲ ਕਰਦੇ ਸੀਗੇ। ਸੰਗਤਾਂ ਭੋਲੀਆਂ ਪਾਲੀਆਂ, ਕੁਛ ਨਹੀਂ ਸੀ ਪਤਾ। ਸੋ ਪੈਸਾ ਸਾਰਾ ਰਸਦਾਂ ਵਸਦਾਂ ਉੱਧਰ ਜਾ ਰਹੀਆਂ, ਲੰਗਰ ਛਕਣ ਗੁਰੂ ਅਰਜਨ ਦੇਵ ਜੀ ਦੇ ਲੰਗਰਾਂ 'ਚ ਆ ਰਹੇ ਨੇ। ਹੁਣ ਇਹ ਸੰਗਤ ਜੀ, ਇਹ ਜਿੰਨੇ ਸੇਵਾ ਦੇ ਕਾਰਜ ਨੇ ਨਾ, ਇਹ ਸੰਗਤਾਂ ਦੇ ਦਸਵੰਧ ਤੋਂ ਚੱਲਦੇ ਨੇ। ਇਹੀ ਸਿਸਟਮ ਹੁੰਦਾ ਹੈ। ਸੋ ਹੁਣ ਜਦੋਂ ਉੱਧਰ ਦਸਵੰਧ ਨਹੀਂ ਆ ਰਿਹਾ, ਭੇਟਾਵਾਂ ਨਹੀਂ ਆ ਰਹੀਆਂ, ਹੌਲੀ ਹੌਲੀ ਕਰਦਿਆਂ ਲੰਗਰ ਮਸਤਾਨਾ ਹੋਣ ਲੱਗ ਗਿਆ। ਸੋ ਭਾਈ ਸਾਹਿਬ, ਭਾਈ ਗੁਰਦਾਸ ਜੀ ਸਿੱਖੀ ਦੇ ਪ੍ਰਚਾਰਕ ਦੌਰੇ ਤੇ ਗਏ ਹੋਏ ਸੀ। ਜਦੋਂ ਵਾਪਸ ਆਏ, ਉਹਨਾਂ ਨੇ ਦੇਖਿਆ ਵੀ ਆਹ ਲੰਗਰ ਤਾਂ ਮਸਤਾਨੇ ਹੋਣ ਲੱਗ ਗਏ। ਫਿਰ ਬੀਬੀ ਭਾਨੀ ਜੀ ਨੇ ਉਹਨਾਂ ਨੂੰ ਸਾਰਾ ਦੱਸਿਆ ਵੀ ਬਾਬਾ ਪ੍ਰਿਥਵੀ ਚੰਦ ਇਵੇਂ ਕਰ ਰਿਹਾ ਹੈ। ਗੁਰੂ ਅਰਜਨ ਦੇਵ ਜੀ ਬੜੇ ਸ਼ਾਂਤ ਸੁਭਾਅ ਦੇ ਨੇ। ਬੀਬੀ ਭਾਨੀ ਜੀ ਨੇ ਜਦੋਂ ਦੱਸਿਆ, ਤਾਂ ਫਿਰ ਜਿਹੜੇ ਭਾਈ ਗੁਰਦਾਸ ਜੀ ਸੀਗੇ, ਬਾਬਾ ਬੁੱਢਾ ਜੀ ਨੂੰ ਵੀ ਸੁਨੇਹਾ ਭੇਜਿਆ, ਔਰ ਸਿੱਖਾਂ ਨੂੰ ਲੈ ਕੇ ਫਿਰ ਰਾਹਾਂ ਦੇ ਵਿੱਚ ਖੜ ਗਏ ਤੇ ਸਿੱਖ ਸੰਗਤਾਂ ਨੂੰ ਇਹ ਦੱਸਿਆ, ਭਾਈ ਗੁਰੂ ਜੋਤ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿੱਚ ਹੈ। ਸੋ ਉੱਥੇ ਆਪਣੀਆਂ ਭੇਟਾਵਾਂ ਅਰਪਣ ਕਰੋ, ਮਹਾਰਾਜ ਜੀ ਮਾਨਵਤਾ ਦਾ ਕਲਿਆਣ ਕਰਦੇ ਨੇ। ਫਿਰ ਇਵੇਂ ਹੀ ਪਰ ਗੁਰੂ ਅਰਜਨ ਦੇਵ ਜੀ ਆਪਣਾ ਸ਼ਾਂਤ ਸਹਿਜ ਸੁਭਾਅ ਦੇ ਵਿੱਚ, ਕਿਸੇ ਦੇ ਨਾਲ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਬਾਬਾ ਪ੍ਰਿਥਵੀ ਚੰਦ ਈਰਖਾ ਹੀ ਕਰੀ ਜਾ ਰਿਹਾ। ਹੁਣ ਗੁਰੂ ਅਰਜਨ ਦੇਵ ਜੀ ਦੇ ਘਰ ਦੇ ਵਿੱਚ ਸੰਤਾਨ ਹੋਈ, ਮੇਰੀ ਪੀਰ ਦੇ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਤੇ ਸ਼ਾਦੀशुदा ਜੀਵਨ ਤੋਂ 16 ਸਾਲਾਂ ਬਾਅਦ, 16 ਸਾਲਾਂ 'ਚ ਸਤਿਗੁਰਾਂ ਦਾ ਵਿਆਹ ਹੋ ਗਿਆ ਸੀ।
32 ਸਾਲਾਂ ਦੇ ਸੀਗੇ ਜਦੋਂ ਛੇਵੇਂ ਪਾਤਸ਼ਾਹ ਦਾ ਆਗਮਨ ਹੋਇਆ। ਸੋ ਬਾਬਾ ਪ੍ਰਿਥਵੀ ਚੰਦ ਕੋਲੋਂ ਜਰਿਆ ਨਹੀਂ ਗਿਆ। ਆਪਾਂ ਪਿਛਲੇ ਹਫ਼ਤੇ ਵੀ ਦੇਖਿਆ ਸੀ ਕਿਵੇਂ ਬਾਰ-ਬਾਰ ਮਰਵਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਜਿਹਨੂੰ ਸਾਈਂ ਰੱਖਦਾ ਹੋਵੇ, ਪਰਮਾਤਮਾ ਰੱਖਦਾ ਹੋਵੇ, ਉਹਨੂੰ ਕੌਣ ਬਾਲ ਵੀ ਨਹੀਂ ਉਹਦਾ ਕੋਈ ਵਿੰਗਾ ਕਰ ਸਕਦਾ। ਸੋ ਇਹ ਫਿਰ ਗੁਰੂ ਅਰਜਨ ਦੇਵ ਜੀ ਨੂੰ ਮਰਵਾਉਣ ਦੇ ਲਈ ਬਾਬਾ ਪ੍ਰਿਥਵੀ ਚੰਦ ਨੇ ਕਦੀ ਸੁਲਹੀ ਖਾਂ ਨੂੰ, ਕਦੀ ਸੁਲਭੀ ਖਾਂ ਨੂੰ ਚੜਾ ਕੇ ਲਿਆ ਵੀ ਗੁਰੂ ਮਹਾਰਾਜ ਨੂੰ ਮਾਰ ਦਿੱਤਾ ਜਾਵੇ, ਲੇਕਿਨ ਉੱਥੇ ਵੀ ਕੋਈ ਵੀ ਇਸ ਤਰ੍ਹਾਂ ਦਾ ਘਟਨਾ ਨਹੀਂ ਵਾਪਰੀ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਰ ਬ੍ਰਹਮ ਪਰਮਾਤਮਾ ਦੇ ਉੱਤੇ ਕਿਤਨਾ ਭਰੋਸਾ। ਬਾਬਾ ਪ੍ਰਿਥਵੀ ਚੰਦ ਇੰਨੀ ਈਰਖਾ ਕਰਦਾ ਕਿ ਆਪਣੇ ਛੋਟੇ ਭਰਾ ਦੇ ਉੱਤੇ ਲੋਕਾਂ ਨੂੰ ਲੈ ਕੇ ਆਉਂਦਾ ਵੀ ਇਹਨਾਂ ਨੂੰ ਮਾਰ ਦਿਓ ਆ ਕੇ। ਤਾਂ ਜਦੋਂ ਸੁਲਹੀ ਖਾਂ ਨੂੰ ਲੈ ਕੇ ਆਏ ਨਾ, ਪਤਾ ਚੱਲਿਆ ਸਿੱਖਾਂ ਨੂੰ, ਤਾਂ ਸਿੱਖਾਂ ਨੇ ਕਿਹਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵੀ ਆਪਾਂ ਮਹਾਰਾਜ ਜੀ ਸੁਲਹੀ ਖਾਂ ਕੋਲ ਜਾਂਦੇ ਹਾਂ ਤੇ ਉਹ ਜਾਂ ਨੂੰ ਚਿੱਠੀ ਭੇਜਦੇ ਆ ਵੀ ਸਾਡਾ ਤਾਂ ਤੇਰੇ ਨਾਲ ਕੋਈ ਟਕਰਾਅ ਨਹੀਂ, ਗੁਰੂ ਅਰਜਨ ਦੇਵ ਜੀ ਤਾਂ ਨਿਰਵੈਰ ਨੇ। ਮਹਾਰਾਜ ਕਹਿੰਦੇ ਨਹੀਂ ਭਾਈ ਸਿੱਖੋ, ਨਹੀਂ, ਮਨਾ ਕਰ ਦਿੱਤਾ। ਫਿਰ ਸਿੱਖਾਂ ਨੇ ਕਿਹਾ ਮਹਾਰਾਜ ਜੀ, ਪਹਿਲਾਂ ਤਾਂ ਕਿਹਾ ਚਿੱਠੀ ਭੇਜ ਦਿੰਦੇ ਆ ਪੱਤਰੀ, ਫਿਰ ਕਿਹਾ ਮਹਾਰਾਜ ਜੀ ਆਪਾਂ ਬੰਦੇ ਭੇਜੀਏ, ਉਹਨੂੰ ਦੱਸੀਏ ਸਾਰਾ ਕੁਝ। ਮਹਾਰਾਜ ਜੀ ਕਹਿੰਦੇ ਨਹੀਂ। ਫਿਰ ਤੀਸਰਾ ਕਹਿੰਦੇ ਆ ਵੀ ਕੋਈ ਹੋਰ ਉਪਾਅ ਅਸੀਂ ਕਰ ਲੈਂਦੇ ਆ। ਮਹਾਰਾਜ ਜੀ ਕਹਿੰਦੇ ਨਹੀਂ ਭਾਈ ਸ਼ਾਂਤ ਰਹੋ। ਤੇ ਸਿੱਖਾਂ ਨੇ ਪੁੱਛਿਆ, ਇਹ ਹੁਣ ਬਾਣੀ ਵਿੱਚ ਜ਼ਿਕਰ ਹੈ, ਮਹਾਰਾਜ ਜੀ ਕਹਿੰਦੇ, ਉਹ ਬਾਣੀ ਮਹਾਰਾਜ ਨੇ ਆਪ ਲਿਖੀ, ਉਹਦੇ ਵਿੱਚ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਪਾਇਆ। ਮਹਾਰਾਜ ਜੀ ਕਹਿੰਦੇ, ਜਦੋਂ ਸਿੱਖਾਂ ਨੇ ਕਿਹਾ ਮਹਾਰਾਜ ਜੀ ਫੇਰ ਕੀ, ਮਹਾਰਾਜ ਨੇ ਕਿਹਾ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ, ਮੈਂ ਇਹ ਸਾਰਾ ਇਦਾਂ ਦੇ ਹੀਲੇ ਨਹੀਂ ਕਰਨੇ, ਪਰਮਾਤਮਾ ਦੇ ਉੱਤੇ ਆਸਥਾ ਰੱਖਣੀ ਆ। ਫਿਰ ਇਤਿਹਾਸ ਗਵਾਹੀਆਂ ਦਿੰਦਾ ਵੀ ਜਦੋਂ ਸੁਲਹੀ ਖਾਂ ਆਇਆ ਚੜ ਕੇ ਸਤਿਗੁਰਾਂ ਤੇ ਅਟੈਕ ਕਰਨ ਲਈ, ਉਹ ਤੋਂ ਪਹਿਲਾਂ ਬਾਬਾ ਪ੍ਰਿਥਵੀ ਚੰਦ ਇੱਕ ਦਿਨ ਪਹਿਲਾਂ ਉਹਨੂੰ ਆਪਣੇ ਪੱਠੇ ਦੇ ਉੱਤੇ ਲੈ ਗਿਆ ਵੀ ਮੇਰਾ ਪੱਠਾ ਦੇਖ, ਇੱਟਾਂ ਦਾ ਪੱਠਾ। ਸੋ ਉਹ ਘੋੜੇ ਦੇ ਉੱਤੇ ਚੜਿਆ ਹੋਇਆ ਸੁਲਹੀ ਖਾਂ, ਉਹ ਅੱਗ ਤੋਂ ਘੋੜਾ ਡਰ ਗਿਆ, ਉਹ ਤਰਬਕ ਗਿਆ। ਸੋ ਸੁਲਹੀ ਖਾਂ ਸਮੇਤ ਹੀ ਘੋੜਾ ਜਿਹੜਾ ਅੱਗ ਦੇ ਵਿੱਚ ਡਿੱਗ ਗਿਆ, ਤੇ ਦੋਨੋਂ ਹੀ, ਘੋੜਾ ਵੀ ਖਤਮ ਤੇ ਸੁਲਹੀ ਖਾਂ ਦੀ ਉੱਥੇ ਹੀ ਮੌਤ ਹੋ ਗਈ। ਇੱਥੇ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਵੀ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਆ ਮੂਆ ਨਾ ਪਾਕ। ਮਹਾਰਾਜ ਜੀ ਕਹਿੰਦੇ ਨਾਰਾਇਣ ਨੇ ਸਾਨੂੰ ਰੱਖ ਲਿਆ। ਸੋ ਇੰਨਾ ਪਰਮਾਤਮਾ ਦੇ ਉੱਤੇ ਭਰੋਸਾ। ਤੋ ਹੁਣ ਗੁਰੂ ਮਹਾਰਾਜ ਦੇ ਅਸੀਂ ਸ਼ਹੀਦੀ ਦੇ ਕਾਰਨ ਦੇਖਦੇ ਹਾਂ ਵੀ ਸੰਗਤ ਜੀ ਕੀ ਕੀ ਕਾਰਨ ਹੋਏ, ਕਿੰਨੇ ਹੀ ਕਾਰਨ ਨੇ। ਇਹ ਵੀ ਬਾਬਾ ਪ੍ਰਿਥਵੀ ਚੰਦ ਵੀ ਪਿੱਛੇ ਲੱਗਿਆ ਹੋਇਆ ਵੀ ਕਿਸੇ ਨਾ ਕਿਸੇ ਤਰ੍ਹਾਂ ਖਤਮ ਕਰ ਦਿੱਤਾ ਜਾਵੇ ਤਾਂ ਕਿ ਗੁਰਤਾ ਗੱਦੀ ਦਾ ਮਾਲਕ ਮੈਂ ਬਣ ਜਾਵਾਂ। ਦੂਸਰਾ ਕਾਰਨ, ਜਦੋਂ 1604 ਈਸਵੀ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪਾਦਨਾ ਕੀਤੀ, ਜਿਹਦੇ ਵਿੱਚ ਕਿ ਭਗਤਾਂ ਦੀ, 15 ਭਗਤਾਂ ਦੀ, 11 ਬ੍ਰਾਹਮਣਾਂ ਦੀ, ਜਿਨ੍ਹਾਂ ਨੂੰ ਆਪਾਂ ਭੱਟ ਕਹਿੰਦੇ, ਉਹਨਾਂ ਦੀ ਬਾਣੀ ਦਰਜ ਕੀਤੀ। ਸੋ ਭਗਤਾਂ ਦੇ ਵਿੱਚ ਸਾਰੇ ਹੀ ਭਗਤ ਰੱਖੇ ਨੇ। ਇਹਦੇ ਵਿੱਚ ਜਿਨ੍ਹਾਂ ਨੂੰ ਲੋਕ ਨੀਵੀਂ ਜਾਤੀਆਂ ਦੇ ਆਖਦੇ ਸਨ, ਮਹਾਰਾਜ ਨੇ ਤਾਂ ਉਹਨਾਂ ਦਾ ਬੜਾ ਸਤਿਕਾਰ ਕੀਤਾ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਸਭ ਇਹਨਾਂ ਨੂੰ ਵਿੱਚ ਸ਼ਾਮਿਲ ਕੀਤਾ। ਮੁਸਲਮਾਨਾਂ ਦੀ ਬਾਣੀ, ਬਾਬਾ ਫਰੀਦ ਜੀ ਦੀ ਬਾਣੀ ਦਰਜ ਕੀਤੀ, ਮਤਲਬ ਸਾਂਝਾ ਜਿਹੜਾ ਵੀ ਸੱਚ ਦਾ ਪਹਿਰਾ ਦੇ ਰਿਹਾ ਉਹਨਾਂ ਦੀ ਬਾਣੀ ਵਿੱਚ ਦਰਜ ਕੀਤੀ ਗਈ। ਸੋ ਇੱਕ ਇਹੋ ਜਿਹਾ ਸਰਬ ਸਾਂਝਾ ਗ੍ਰੰਥ ਤਿਆਰ ਹੋ ਗਿਆ ਜਿਹਦੇ ਵਿੱਚ ਸਾਰਿਆਂ ਨੂੰ ਮਾਨਤਾ ਮਿਲ ਗਈ, ਸਾਰਿਆਂ ਨੂੰ ਸਥਾਨ ਮਿਲ ਗਿਆ। ਸੋ ਇਹ ਬ੍ਰਾਹਮਣ ਲੋਕ ਵੀ ਈਰਖਾ ਕਰਨ ਲੱਗ ਗਏ ਵੀ ਅਸੀਂ ਤਾਂ ਵਰਨਾ ਵੰਡਾਂ ਵਿੱਚ ਪਾਇਆ ਹੋਇਆ ਸੀਗਾ, ਤੇ ਲੋਕਾਂ ਨੂੰ ਅਸੀਂ ਮਤਲਬ ਸਾਡੀਆਂ ਦੁਕਾਨਦਾਰੀਆਂ ਚੱਲਦੀਆਂ ਸਨ, ਇਹ ਤਾਂ ਸੱਚ ਦੀ ਦੁਕਾਨ ਸ਼ੁਰੂ ਹੋ ਗਈ। ਤਾਂ ਹੁਣ ਤਾਂ ਇਹ ਬੜਾ ਪਿਆਰਾ ਔਰ ਸਿੱਧਾ ਸਾਦਾ ਜਿਹੜਾ ਧਰਮ ਹੈ, ਸਿੱਧਾ ਅਕਾਲ ਪੁਰਖ ਦੇ ਨਾਲ ਜੋੜ ਰਹੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ। ਇੱਕ ਤਾਂ ਉਹ ਵੀ ਈਰਖਾ ਕਰਨ ਲੱਗ ਗਏ। ਦੂਸਰਾ ਇਸਲਾਮ, ਔਰ ਖਾਸ ਕਰਕੇ ਇਹਦੇ ਵਿੱਚ ਜਿਹੜੇ ਸਖੀ ਸਰਵਰ ਵਾਲੇ ਨੇ, ਇਹਨਾਂ ਦਾ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਬੋਲਬਾਲਾ। ਤੋ ਸਖੀ ਸਰਵਰ ਵਾਲੇ ਇਹਨਾਂ ਨੇ ਜੈਲਸੀ ਕਰਨੀ ਸ਼ੁਰੂ ਕਰ ਦਿੱਤੀ। ਸਖੀ ਸਰਵਰ ਬਾਰੇ ਸਾਨੂੰ ਥੋੜੀ ਜਿਹੀ ਨੌਲੇਜ ਹੋਵੇ ਸੰਗਤ ਜੀ, ਇਹ ਕਿੱਥੋਂ ਮਤਲਬ ਪੰਜਾਬ ਵਿੱਚ ਆਇਆ ਸਾਰਾ ਸਿਸਟਮ। ਪਾਕਿਸਤਾਨ ਦਾ ਪਿੰਡ ਸੀ ਨਗਾਹੇ, ਉਸ ਪਿੰਡ ਦੇ ਵਿੱਚ ਇੱਕ ਵਿਅਕਤੀ ਆਇਆ, ਤਾਂ ਉਹਨੂੰ ਨਗਾਹੇ ਦਾ ਪੀਰ ਕਿਹਾ ਜਾਣ ਲੱਗਿਆ। ਉੱਥੇ ਰਿਹਾ ਨਗਾਹੇ ਪਿੰਡ ਦੇ ਵਿੱਚ। ਤਾਂ ਉਹ ਫਿਰ ਪੰਜਾਬ ਦੇ ਵਿੱਚ ਆ ਗਿਆ। ਉਹ ਆਪ ਨਹੀਂ ਆਇਆ, ਉਹਦੀ ਤਾਂ ਉੱਥੇ ਹੀ ਡੈਥ ਹੋ ਗਈ। ਉਹਦੇ ਅੱਗੇੋਂ ਜਿਹੜੇ ਚੇਲੇ ਮੁਰੀਦ ਸੀਗੇ, ਪਹਿਲੀ ਵਾਰ ਇਹਨੇ ਜਿਹੜਾ ਨਗਾਹੇ ਵਾਲਾ ਪੀਰ ਗਿਣਿਆ ਗਿਆ, ਪਹਿਲੀ ਵਾਰ ਇਹਨਾਂ ਨੂੰ ਸਖੀ ਸਰਵਰ ਜਿਨ੍ਹਾਂ ਨੂੰ ਕਿਹਾ ਗਿਆ, ਇਹਨਾਂ ਨੇ ਪਹਿਲਾਂ ਕਬਰਾਂ ਦੀ ਪੂਜਾ ਕਰਨੀ ਸ਼ੁਰੂ ਕੀਤੀ। ਜਦੋਂ ਕਿ ਇਸਲਾਮ ਧਰਮ ਦੇ ਵਿੱਚ ਇਹ ਮਤਲਬ ਜਿਵੇਂ ਸਾਡੀਆਂ ਹੁੰਦੀਆਂ ਨਾ ਸਿੱਖ ਧਰਮ ਵਿੱਚ ਰਹਿਤ ਮਰਿਆਦਾ, ਵਿਚਾਰ, ਬਜਰ, ਕਰਹਿਤਾਂ ਨੇ,
ਉਹ ਜਿਹੜਾ ਕਰਦੇ ਉਹਨੂੰ ਆਪਾਂ ਗਿਣਦੇ ਆ ਵੀ ਇਹਨੇ ਗੁਰੂ ਦੀ ਹੁਕਮਦੁੱਲੀ ਮਤਲਬ ਗੁਰੂ ਦਾ ਵਚਨ ਨਹੀਂ ਕਮਾਇਆ, ਬੇਮੁਖਿਆ ਹੈ। ਤੋ ਇਸਲਾਮ ਵਿੱਚ ਵੀ ਜਿਹੜਾ ਕਬਰਾਂ ਨੂੰ ਪੂਜਦਾ, ਕਬਰਾਂ ਤੇ ਤੇਲ ਚੜਾਉਂਦਾ ਆ, ਤੋ ਇਹ ਉਹਨਾਂ ਦੀ ਇੱਕ ਬਜਰ ਰਹਿਤ ਮੰਗੋ ਹੈ, ਗੁਨਾਹ ਹੈ। ਸੋ ਉਹਨਾਂ ਨੇ ਉਹ ਸ਼ੁਰੂ ਕੀਤੀ, ਫਿਰ ਉਹ ਪੰਜਾਬ ਵਿੱਚ ਆ ਗਏ। ਇਹਨਾਂ ਦਾ ਮੇਨ ਕੰਮ ਕੀ ਸੀ ਕਿ ਭੋਲੇ ਭਾਲੇ ਲੋਕਾਂ ਨੂੰ, ਕਿਉਂਕਿ ਪੰਜਾਬ ਵਿੱਚ ਲੋਕ, ਹਿੰਦੂ ਲੋਕ ਜਿਹੜੇ ਇਦਾਂ ਹੀ ਪੂਜਾ ਕਰਦੇ ਸੀ, ਤੇਲ ਚੜਾਉਂਦੇ ਸੀ, ਮੂਰਤੀ ਨੂੰ ਪੂਜਦੇ ਸੀ, ਉਹ ਭੋਲੇ ਭਾਲੇ ਹਿੰਦੂਆਂ ਨੂੰ ਇਹਨਾਂ ਨੇ ਫਸਾਉਣਾ ਸ਼ੁਰੂ ਕਰ ਦਿੱਤਾ ਔਰ ਇਸਲਾਮ ਧਰਮ ਵਿੱਚ ਤਬਦੀਲ ਕਰ ਰਹੇ, ਔਰ ਬਹੁਤ ਲੋਕ ਸਖੀ ਸਰਬਤ ਦੇ ਚੇਲੇ ਬਣਨੇ ਸ਼ੁਰੂ ਹੋ ਗਏ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਸਿੱਧਾ ਹੀ, ਕਿਸੇ ਦੀ ਪੂਜਾ ਨਹੀਂ ਕਰਨੀ, ਪੂਜਾ ਕਰਨੀ ਇੱਕ ਅਕਾਲ ਪੁਰਖ ਪਾਰ ਬ੍ਰਹਮ ਪਰਮਾਤਮਾ ਦੀ, ਇੱਕ ਓਂਕਾਰ ਦੀ। ਸੋ ਲੋਕਾਂ ਨੂੰ ਇਹ ਚੰਗਾ ਲੱਗਦਿਆ, ਮਹਾਰਾਜ ਜੀ ਸੇਵਾ ਕਰਨੀ ਵੀ ਸਿਖਾ ਰਹੇ, ਨਾਮ ਬਾਣੀ ਨਾਲ ਜੁੜ ਰਹੇ ਨੇ। ਬਹੁਤ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਹੋਇਆ। ਸਭ ਤੋਂ ਵੱਡਾ ਸਖੀ ਸਰਵਰੀਆਂ ਨੂੰ ਉਦੋਂ ਸੱਟ ਲੱਗੀ ਜਦੋਂ ਇਹਨਾਂ ਦਾ ਜਿਹੜਾ ਵੱਡਾ ਕੇਂਦਰ, ਜਿੱਥੇ ਕਿ ਭਾਈ ਮੰਝ ਜੀ ਨੇ ਜਿਹੜੇ ਤੇ, ਉਹ ਭਾਈ ਮੰਝ ਜੀ ਜਦੋਂ ਟੁੱਟੇ ਨਾ, ਉਹ ਇਹਨਾਂ ਦੇ ਕੇਂਦਰ ਦੇ ਮੁਖੀ ਨੇ। ਉਹ ਜਦੋਂ ਅੰਮ੍ਰਿਤਸਰ ਇੱਕ ਵਾਰ ਸਖੀ ਸਰਵਰ ਦੇ ਜਾ ਰਹੇ ਸਨ ਸੰਗਤਾਂ ਨੂੰ ਲੈ ਕੇ, ਆਪਣੇ ਸੰਗ ਨੂੰ ਲੈ ਕੇ, ਭਾਈ ਮੰਝ ਜੀ, ਉਹ ਅੰਮ੍ਰਿਤਸਰ ਸਾਹਿਬ ਹੀ ਰੁਕੇ ਨੇ, ਰਾਤ ਨੂੰ ਹਨੇਰਾ ਪੈ ਗਿਆ, ਉੱਥੇ ਰੁਕੇ ਨੇ। ਤੋ ਸਿੱਖ ਸੰਗਤਾਂ ਨੇ, ਸਿੱਖਾਂ ਨੇ ਬੜੀ ਸੇਵਾ ਕੀਤੀ। ਸਿੱਖਾਂ ਦਾ ਜੀਵਨ, ਸਿੱਖਾਂ ਦਾ ਸੁਭਾਅ, ਸਿੱਖਾਂ ਦਾ ਵਰਤਾਰਾ ਦੇਖ ਕੇ ਭਾਈ ਮੰਝ ਜੀ ਬੜੇ ਮੋਹਿਤ ਹੋਏ। ਸਿੱਖਾਂ ਨੂੰ ਪੁੱਛਿਆ ਵੀ ਇਸ ਸਥਾਨ ਦਾ ਗੁਰੂ ਅਰਜਨ ਉਹ ਕਿਹੜਾ? ਤਾਂ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦਾ ਦੱਸਿਆ ਵੀ ਉਹ ਦੇਖੋ ਜਿਹੜੇ ਸੰਗਤਾਂ 'ਚ ਬੈਠੇ, ਕਾਬਲ ਦੀਆਂ ਸੰਗਤਾਂ ਆਈਆਂ ਨੇ, ਉਹਨਾਂ ਦੀ ਹੱਥੀਂ ਸੇਵਾ ਕਰ ਰਹੇ ਨੇ ਮਹਾਰਾਜ ਜੀ। ਇਹ ਭਾਈ ਮੰਝ ਜੀ ਦੇ ਨੇਤਰਾਂ ਵਿੱਚੋਂ ਜਲ ਵਹਿਣਾ ਸ਼ੁਰੂ ਹੋ ਗਿਆ, ਅਥਰੂ ਵਗਣ ਲੱਗ ਗਏ ਵੀ ਏਦਾਂ ਦਾ ਗੁਰੂ। ਕੋਲ ਗਏ, ਚਰਨਾਂ 'ਚ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਨੂੰ ਆਪਣਾ ਸਿੱਖ ਬਣਾਓ, ਮੈਨੂੰ ਏਦਾਂ ਦਾ ਸਿੱਖਾਂ ਵਰਗਾ ਹੀ ਜੀਵਨ ਚਾਹੀਦਾ। ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਭਾਈ ਮੰਝ, ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ। ਮਤਲਬ ਇਸ਼ਾਰਾ ਸੀ, ਤੇਰੇ ਹਿਰਦੇ 'ਚ ਤਾਂ ਕਿਸੇ ਹੋਰ ਦਾ ਚੱਲ ਰਿਹਾ ਧਿਆਨ, ਕਿਸੇ ਦਾ ਹੋਰ ਦਾ ਧਰਿਆ, ਲੇਕਿਨ ਗੁਰੂ ਨਾਨਕ ਦੇ ਘਰ ਦੀ ਜਿਹੜੀ ਸਿੱਖੀ ਹੈ, ਇੱਥੇ ਹੋਰ ਦੂਸਰਾ ਕੋਈ ਨਹੀਂ ਠਹਿਰ ਸਕਦਾ, ਇੱਥੇ ਸਿਰਫ ਪਾਰ ਬ੍ਰਹਮ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਉਣਾ ਹੁੰਦਾ। ਸੋ ਭਾਈ ਮੰਝ ਜੀ ਇਸ਼ਾਰਾ ਸਮਝ ਗਏ। ਉਹ ਫਿਰ ਉਹਨਾਂ ਨੇ ਜਾ ਕੇ ਆਪਣੀ ਉਹ ਘਰ ਵਿੱਚ ਜਿਹੜੀ ਕਬਰ ਮਸੀਤ ਬਣਾਈ ਸੀ, ਉਹਨੂੰ ਢਾਹ ਦਿੱਤੀ। ਗੁਰੂ ਨਾਨਕ ਦੇ ਸਿੱਖ ਬਣੇ। ਉਹਨਾਂ ਦੇ ਪਿੱਛੇ ਹੋਰ ਵੀ ਕਿੰਨੇ ਹੀ ਗੁਰੂ ਨਾਨਕ ਦੇ ਘਰ ਦੀ ਸਿੱਖੀ ਕਮਾਈ। ਸੋ ਇਹਨਾਂ ਦਾ ਵੱਡਾ ਕੇਂਦਰ ਜਿਹੜਾ, ਉਹਨੂੰ ਬੜਾ ਵੱਡਾ ਝਟਕਾ ਲੱਗਿਆ। ਦੂਸਰਾ ਇਹਨਾਂ ਦਾ ਕੇਂਦਰ ਸੀ ਸਖੀ ਸਰਵਰੀਆਂ ਦਾ ਤਰਨ ਸਾਹਿਬ ਦੇ ਵਿੱਚ। ਉੱਥੋਂ ਵੀ ਮਹਾਰਾਜ ਨੇ ਜਦੋਂ ਸਾਂਝੇ ਪਾਣੀ ਦੇ ਲਈ ਸਰੋਵਰ ਬਣਾ ਦਿੱਤੇ, ਸਾਰੇ ਲੋਕ ਆ ਰਹੇ ਨੇ ਗੁਰੂ ਦਰਬਾਰ ਦੇ ਵਿੱਚ, ਤਾਂ ਉਹ ਲੋਕਾਂ ਨੂੰ ਬੜਾ ਪ੍ਰੇਮ ਮਿਲ ਰਿਹਾ। ਉਹ ਵੀ ਇਹਨਾਂ ਨੂੰ ਝਟਕਾ ਵੱਜਿਆ ਤਾਂ ਬਹੁਤ ਜਿਹੜੇ ਸਿੱਖੀ ਦੇ ਵਿੱਚ ਤਬਦੀਲ ਹੋਣੀ ਸ਼ੁਰੂ ਹੋ ਗਏ, ਮਤਲਬ ਸੱਚ ਦੇ ਨਾਲ ਜੁੜਨੇ ਜਿਹੜੇ ਸ਼ੁਰੂ ਹੋ ਗਏ। ਸੋ ਇਹ ਵੱਡੇ ਜਿਹੜੇ ਥੰਮ ਜਦੋਂ ਹਿੱਲੇ, ਫਿਰ ਇਹਨਾਂ ਨੇ ਜਹਾਂਗੀਰ ਤੱਕ ਜਿਹੜੀਆਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਸਖੀ ਸਰਵਰੀਆਂ ਦੇ ਉੱਤੇ ਨਾ, ਜਿਹੜਾ ਇਹਨਾਂ ਦਾ ਮੇਨ ਸੀਗਾ, ਇਹਨਾਂ ਦਾ ਪੀਰ ਕਹਿ ਲਓ, ਉਹ ਪੀਰ ਆਪਣੇ ਆਪ ਨੂੰ ਕਹਾਂਦਾ ਸੀ, ਕਿਉਂਕਿ ਇਸਲਾਮ ਦੇ ਵਿੱਚ ਨਾ ਇੱਕ ਇਹਨਾਂ ਦਾ ਯਕੀਨ ਕੱਲ ਵਿਸ਼ਵਾਸ ਹੈ ਕਿ ਹਰ 1000 ਸਾਲ ਬਾਅਦ ਕਿ ਪੈਗੰਬਰ ਉੱਪਰੋਂ ਉਤਰਦਾ, ਅਵਤਾਰ ਧਾਰਦਾ ਆ, ਤੇ ਉਹ ਫਿਰ ਇਹਨੂੰ ਮਤਲਬ ਇਸਲਾਮ ਨੂੰ ਦੁਆਰਾ ਚਮਕਾਉਣ ਦੇ ਲਈ, ਪੋਲਿਸ਼ ਕਰਨ ਦੇ ਲਈ, ਇਹਨੂੰ ਇਹਦੇ ਵਿੱਚ ਫਿਰ ਦੁਆਰਾ ਜਿਹੜੀ ਚਮਕ ਆ ਜਾਵੇ, ਖੁਸ਼ਬੂ ਆ ਜਾਵੇ, ਇੱਕ ਨਬੀ ਉਤਰਦਾ, ਪੈਗੰਬਰ ਉਤਰਦਾ। ਸੋ ਉਹ ਕਹਿੰਦਾ ਸੀ ਕਿ ਮੈਂ ਹੀ ਹਾਂ ਉਹ ਨਬੀ ਤੇ ਮੈਂ ਹੀ ਹਾਂ ਪੈਗੰਬਰ। ਉਹਦਾ ਨਾਮ ਵੀ ਆਪ ਜੀ ਨੂੰ ਮੈਂ ਦੱਸਾਂਗੀ ਬਾਅਦ ਦੇ ਵਿੱਚ, ਉਹਦਾ ਕੀ ਨਾਮ ਸੀ। ਤੇ ਉਹ ਨਬੀ ਪੈਗੰਬਰ ਜਿਹੜਾ, ਉਹਨੇ ਵੀ ਸ਼ਿਕਾਇਤਾਂ ਲਾਈਆਂ ਬੜੀਆਂ ਗੁਰੂ ਅਰਜਨ ਦੇਵ ਜੀ ਦੇ ਬਾਰੇ। ਜਹਾਂਗੀਰ ਦੇ ਦਰਬਾਰ ਦੇ ਵਿੱਚ ਸ਼ਿਕਾਇਤਾਂ ਪਹੁੰਚਾਉਂਦਾ ਰਿਹਾ। ਉਹਦੀਆਂ 73 ਲੈਟਰਸ, ਚਿੱਠੀਆਂ ਜਿਹੜੀਆਂ ਲਿਬਨਾਨ ਦੀ ਲਾਇਬ੍ਰੇਰੀ ਦੇ ਵਿੱਚ ਮਿਲ ਰਹੀਆਂ ਨੇ, ਜਿੱਥੇ ਉਹਨੇ ਕਿਹਾ ਵੀ ਗੁਰੂ ਅਰਜਨ ਦੇਵ ਜੀ ਨੂੰ ਖਤਮ ਕੀਤਾ ਜਾਵੇ, ਨਹੀਂ ਤਾਂ ਇਸਲਾਮ ਨੂੰ ਖਤਰਾ ਹੈ, ਵੀ ਇਹ ਤਾਂ ਲੋਕ ਜਿਹੜੇ ਨੇ ਗੁਰੂ ਅਰਜਨ ਦੇਵ ਜੀ ਵੱਲ ਨੂੰ ਜਾਣੇ ਸ਼ੁਰੂ ਹੋ ਗਏ ਨੇ, ਤਾਂ ਸਾਡੇ ਤਾਂ ਜਿਹੜੇ ਘਟ ਰਹੇ ਨੇ, ਸਾਡੇ ਜਿਹੜੇ ਸ਼ਾਗਿਰਦ ਨੇ ਜਾਂ ਚੇਲੇ ਨੇ। ਸੋ ਇਹ ਵੀ ਇੱਕ ਬੜਾ ਵੱਡਾ ਕਾਰਨ ਬਣਿਆ। ਬਾਬਾ ਬ੍ਰਿਥੀ ਚੰਦ ਦੀ ਈਰਖਾ, ਹੋਰ ਕਾਰਨ ਜਿਹੜਾ ਚੰਦੂ ਦੀ ਧੀ ਦਾ ਜਿਹੜਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਠੁਕਰਾ ਦਿੱਤਾ, ਕਿਉਂਕਿ ਪਹਿਲਾਂ ਚੰਦੂ ਦੀ ਧੀ ਦੇ ਨਾਲ ਰਿਸ਼ਤਾ ਤੈਅ ਹੋਇਆ ਸੀ, ਪੰਡਤ ਬ੍ਰਾਹਮਣ ਕਰਕੇ ਗਏ ਸੀਗੇ। ਜਦੋਂ ਚੰਦੂ ਨੂੰ ਜਾ ਕੇ ਦੱਸਿਆ ਵੀ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਦੇ ਨਾਲ ਤੇਰੀ ਧੀ ਦਾ ਰਿਸ਼ਤਾ ਕੀਤਾ, ਬ੍ਰਾਹਮਣਾਂ ਨੇ ਜਦ ਦਿੱਲੀ ਵਿੱਚ ਉਹਨੂੰ ਦੱਸਿਆ, ਤਾਂ ਚੰਦੂ ਨੇ ਨੱਕ ਮੂੰਹ ਚੜਾਇਆ। ਉਹਨੇ ਆਪਣੇ ਆਪ ਨੂੰ ਦੱਸਿਆ ਵੀ ਮੈਂ ਤਾਂ ਦੀਵਾਨ ਐਡਾ ਵੱਡਾ, ਤੇ ਉਹ ਫਕੀਰ ਦੇ ਮੁੰਡੇ ਦੇ ਨਾਲ ਮੇਰੀ ਧੀ ਦਾ ਰਿਸ਼ਤਾ ਕਰ ਦਿੱਤਾ। ਸੋ ਉਹਨੇ ਆਪਣੇ ਆਪ ਨੂੰ ਉੱਚਾ ਚਵਾਰਾ ਦੱਸਿਆ, ਔਰ ਨਾਲੀ ਦੀ ਇੱਟ ਦੱਸਿਆ ਗੁਰੂ ਨਾਨਕ ਦੇ ਘਰ ਨੂੰ।
तो सिखां ने गुरु अर्जन देव जी महाराज तक सुनेहे पहुंचे भी महाराज जी उत्थे रिश्ता नहीं करना, वो तो अपमान कर रहा गुरु नानक दे घर दा। तो महाराज ने वो रिश्ता लैण तो फिर इनकार कर दिता सीगा। चंदू भी दुश्मन बनिया बैठा सी। तो इवें ये सारे ही रल मिल के कारण जिहड़े ने ये गुरु अर्जन देव जी की शहीदी के कारण बने ने। एक वो जिहड़े आपां पिछले हफ्ते जिक्र कीता सी, जिहड़े भगत भी अपनी बाणी लैके आए सी, कान्हा, पीलू, छज्जू ते हुसैन, उन्हां दी गुरु अर्जन देव जी ने बाणी नहीं दर्ज कीती भी तुसीं तां निराशावादी हो और तुसीं औरतां दा भी सत्कार नहीं करदे, उन्हां दी बाणी नहीं दर्ज होई, तां उन्हां ने भी जाके बीरबल नूं शिकायतां लगाईआं। अच्छा हुण बीरबल कौन सी? इहदे बारे भी सानूं पता होवे संगत जी। बीरबल जिहड़ा है इहदा नाम सी महेश दास। ਇਹ ਬ੍ਰਾਹਮਣ ਸੀ ਔਰ ਅਕਬਰ ਦਾ ਜਿਹਦੇ ਨਾਲ ਵਿਆਹ ਹੋਇਆ ਸੀ ਨਾ ਜੋਧਾ ਬਾਈ, ਰਾਜਪੂਤਾਨੀ ਔਰਤ ਸੀਗੀ। ਤੇ ਜੋਧਾ ਬਾਈ ਦਾ ਜਿਹੜਾ ਪਿਤਾ ਸੀ ਰਾਜਪੂਤ, ਉਹਦਾ ਨੌਕਰ ਸੀ ਮਹੇਸ਼ ਦਾਸ, ਇਹ ਜਿਹੜਾ ਬ੍ਰਾਹਮਣ ਸੀਗਾ। ਤੇ ਜਦੋਂ ਜੋਧਾ ਬਾਈ ਦਾ ਵਿਆਹ ਹੋਇਆ ਤੇ ਦਹੇਜ ਦੇ ਵਿੱਚ ਇਹ ਬ੍ਰਾਹਮਣ ਜਿਹੜਾ ਜੋਧਾ ਬਾਈ ਦੇ ਨਾਲ ਹੀ ਗਿਆ। ਉੱਥੇ ਫਿਰ ਅਕਬਰ ਨੇ ਇਸ ਮਹੇਸ਼ ਦਾਸ ਦਾ ਨਾਮ ਬਦਲ ਕੇ ਬੀਰਬਲ ਰੱਖ ਦਿੱਤਾ। ਸੋ ਇਹ ਬੜਾ ਸਲਾਹਕਾਰ ਵੀ ਸੀਗਾ ਅਕਬਰ ਦਾ। ਇਹ ਜਦੋਂ ਬੀਰਬਲ ਇੱਧਰ ਜਦੋਂ ਆਇਆ ਪਾਕਿਸਤਾਨ ਜਾਂਦਿਆਂ ਹੋਇਆ, ਜਦੋਂ ਇਹਨੇ ਅਫਗਾਨਿਸਤਾਨ ਜਾਣਾ ਸੀਗਾ, ਇਹ ਵੀ ਗੁਰੂ ਅਰਜਨ ਦੇਵ ਜੀ ਦੇ ਕੋਲ ਆਇਆ। ਇਹਨੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਆਪਣੀ ਦੁਕਾਨ ਜਿਹੜੀ ਤੁਸੀਂ ਬੰਦ ਕਰ ਦਿਓ, ਅਗਰ ਜਦੋਂ ਕਹਿੰਦਾ ਮੈਂ ਵਾਪਸ ਮੁੜਨਾ ਨਾ, ਜਦ ਤੱਕ ਆਪਣੀ ਦੁਕਾਨ ਨਾ ਬੰਦ ਕੀਤੀ ਫਿਰ ਦੇਖੋ ਮੈਂ ਤੁਹਾਡਾ ਕੀ ਹਾਲ ਕਰਦਾ। ਤਾਂ ਗੁਰੂ ਅਰਜਨ ਦੇਵ ਜੀ ਬੜੇ ਸ਼ਾਂਤ ਸੁਭਾਅ ਵਾਲੇ ਸਨ। ਉਹਨਾਂ ਨੇ ਕਿਹਾ ਇਹਨੂੰ ਮਹੇਸ਼ ਦਾਸ ਨੂੰ, ਜਿਹੜਾ ਨਾਮ ਬੀਰਬਲ ਰੱਖਿਆ ਸੀ, ਕਿਹਾ ਮਹੇਸ਼ ਦਾਸ ਜਦੋਂ ਤੂੰ ਆਵੇਗਾ ਉਦੋਂ ਦੇਖੀ ਜਾਵੇਗੀ। ਸੋ ਇਹ ਜਦੋਂ ਅੱਗੇ ਗਿਆ ਬੀਰਬਲ, ਇਹਦੇ ਜਿਹੜੇ ਵਿਰੋਧੀ ਸੀਗੇ ਉਹਨਾਂ ਨੇ ਇਹਨੂੰ ਉੱਥੇ ਖਤਮ ਕਰ ਦਿੱਤਾ। ਇਹ ਵਾਪਸ ਤਾਂ ਫਿਰ ਇਹਨੇ ਕੀ ਆਉਣਾ ਸੀਗਾ। ਸੋ ਇਹ ਹਰ ਤਰ੍ਹਾਂ ਹੀ ਹਰ ਪਾਸਿਓਂ ਜਿਹੜਾ ਵੈਰ ਭਾਵਨਾ ਦੇ ਨਾਲ ਹੀ ਜਿਹੜਾ ਸਤਿਗੁਰਾਂ ਦੇ ਨਾਲ ਈਰਖਾ, ਇਸ ਸਿੱਖੀ ਦਾ ਪ੍ਰਚਾਰ, ਸੱਚ ਦਾ, ਧਰਮ ਦਾ ਪ੍ਰਚਾਰ ਕਰ ਰਹੇ ਨੇ, ਇਹਨਾਂ ਨੂੰ ਜਿਹੜਾ ਖਤਮ ਕੀਤਾ ਜਾਵੇ। ਤੋਂ ਇਵੇਂ ਸ਼ਿਕਾਇਤਾਂ ਪਹੁੰਚਦੀਆਂ ਗਈਆਂ। ਫਿਰ ਉਧਰੋਂ ਅਮੀਰ ਖੁਸਰੋ ਨੇ ਬਗਾਵਤ ਕਰ ਦਿੱਤੀ ਸੀ, ਜਹਾਂਗੀਰ ਦੇ ਪੁੱਤਰ ਨੇ। ਉਹ ਵੀ ਸਤਿਗੁਰਾਂ ਤੇ ਇਲਜ਼ਾਮ ਲਗਾਇਆ ਗਿਆ ਵੀ ਇਹਨਾਂ ਨੇ ਬਗਾਵਤ ਜਿਹੜੀ ਕੀਤੀ ਅਮੀਰ ਖੁਸਰੋ ਨੇ, ਗੁਰੂ ਅਰਜਨ ਦੇਵ ਜੀ ਨੇ ਉਹਨੂੰ ਸ਼ੈਲਟਰ ਦਿੱਤੀ ਹੈ। ਜਦੋਂ ਕਿ ਇਤਿਹਾਸ ਦੇ ਵਿੱਚ ਪਤਾ ਚੱਲ ਗਿਆ ਕਿ ਗੁਰੂ ਅਰਜਨ ਦੇਵ ਜੀ ਨੇ ਕੋਈ ਉਸਨੂੰ ਸ਼ੈਲਟਰ ਨਹੀਂ ਦਿੱਤੀ, ਪਰ ਉਹ ਜਦੋਂ ਝੂਠੀਆਂ ਸ਼ਿਕਾਇਤਾਂ ਲਾਣੀਆਂ ਹੁੰਦੀਆਂ, ਜੋ ਮਰਜ਼ੀ ਲਾ ਕੇ ਬਣਾਈ ਜਾਓ। ਤੋ ਇਹ ਸਾਰੇ ਕਾਰਨ ਬਣੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ। ਸੋ ਸ਼ਹੀਦ ਕਿਵੇਂ ਕੀਤਾ ਗਿਆ ਸੰਗਤ ਜੀ, ਉਹ ਅਸੀਂ ਜਦੋਂ ਬੋਲਦੇ ਵੀ ਹਾਂ, ਸੁਣਦੇ ਵੀ ਹਾਂ ਨਾ, ਸਾਡੇ ਹਿਰਦੇ ਬਲੁੰਦਰੇ ਜਾਂਦੇ ਨੇ। ਸਾਨੂੰ ਪਤਾ ਹੈ ਸਤਿਗੁਰਾਂ ਨੂੰ ਭੁੱਖੇ ਰੱਖਿਆ ਗਿਆ, ਪਿਆਸੇ ਰੱਖਿਆ ਗਿਆ, ਦੇਗ ਦੇ ਵਿੱਚ ਵਾਲਿਆ ਗਿਆ, ਨੀਚੇ ਰੇਤ ਜਿਹੜੀ ਨੀਚੇ ਅੱਗ ਵਾਲੀ ਗਈ ਤਵੀ ਦੇ ਉੱਤੇ, ਉੱਤੋਂ ਸੀਸ ਦੇ ਉੱਤੇ ਰੇਤਾ ਪਾਈ ਗਈ, ਫਿਰ ਦਰਿਆ ਦੇ ਵਿੱਚ ਰੋੜਿਆ ਗਿਆ। ਸੋ ਇਸ ਤਰ੍ਹਾਂ ਹੀ ਕਿਉਂ ਸ਼ਹੀਦ ਕੀਤਾ ਗਿਆ? ਸਿੱਧਾ ਵੀ ਤਰੀਕਾ ਸੀਗਾ, ਹੋਰ ਵੀ ਬੜੇ ਤਰੀਕੇ ਨੇ ਵੀ ਇਵੇਂ ਕਿਉਂ ਇਤਨਾ ਸਤਿਗੁਰਾਂ ਨੂੰ ਇਤਨੇ ਤਸੀਹੇ ਦੇ ਕੇ ਕਿਉਂ ਸ਼ਹੀਦ ਕੀਤਾ ਗਿਆ। ਇਹ ਜਿਹੜਾ ਇੱਕ ਯਾਸਾ ਦਾ ਕਾਨੂੰਨ ਹੈ, ਉਹਦੇ ਵਿੱਚ ਇਸ ਤਰ੍ਹਾਂ ਹੀ ਜਿਹੜਾ ਸ਼ਹੀਦ ਕੀਤਾ ਜਾਂਦਾ। ਇਹ ਕਿਵੇਂ ਚੱਲਿਆ ਕਾਨੂੰਨ? ਚੰਗੇਜ਼ ਖਾਂ ਜਿਹੜਾ, ਇਹਨੇ ਇਹ ਬਣਾਇਆ ਸੀਗਾ ਕਾਨੂੰਨ। ਚੰਗੇਜ਼ ਖਾਂ ਜਿਹੜਾ ਸੀ ਇਹ ਸ਼ੈਮੀਅਨ ਸੀ। ਸੋ ਮੰਗੋਲੀਅਨ ਲੋਕ ਜਿਹੜੇ ਸੀਗੇ ਨਾ, ਮੰਗੋਲੀਅਨ, ਇਹ ਰੁੱਖਾਂ ਦੀ ਔਰ ਭੂਤਾਂ ਪ੍ਰੇਤਾਂ ਦੀ ਪੂਜਾ ਕਰਦੇ ਸੀ। ਇਹਨਾਂ ਦੀ ਇੱਕ ਮਾਨਤਾ ਸੀ ਕਿ ਅਗਰ ਕਿਸੇ ਧਰਮੀ ਮਨੁੱਖ ਨੂੰ ਕਤਲ ਕੀਤਾ ਜਾਵੇ ਜਾਂ ਮਾਰਿਆ ਜਾਵੇ, ਉਹਦਾ ਅਗਰ ਖੂਨ ਜ਼ਮੀਨ ਦੇ ਉੱਤੇ ਗਿਰ ਜਾਵੇ, ਇੱਕ ਵੀ ਬੂੰਦ ਅਗਰ ਉਹਦੀ ਖੂਨ ਦੀ ਜ਼ਮੀਨ ਤੇ ਗਿਰ ਜਾਵੇ, ਸੋ ਉਹਦੇ ਖੂਨ ਚੋਂ ਇਹੋ ਜਿਹੀਆਂ ਰੂਹਾਂ ਪੈਦਾ ਹੋ ਜਾਂਦੀਆਂ ਨੇ, ਜਿਹੜੀਆਂ ਫਿਰ ਜਿਨ੍ਹਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਹੁੰਦਾ ਨਾ, ਉਹ ਜਾਂ ਉਹਨੂੰ ਕਤਲ ਕੀਤਾ ਹੁੰਦਾ ਜਾਂ ਤੰਗ ਕੀਤਾ ਹੁੰਦਾ, ਉਹ ਜਿਹੜੀਆਂ ਰੂਹਾਂ ਨੇ ਫਿਰ ਉਹਨਾਂ ਦੇ ਕਬੀਲੇ ਨੂੰ, ਖਾਨਦਾਨ ਨੂੰ ਤਬਾਹ ਕਰਕੇ ਰੱਖ ਦਿੰਦੀਆਂ, ਬੜਾ ਤੰਗ ਕਰਦੀਆਂ। ਸੋ ਚੰਗੇਜ਼ ਖਾਨ ਨੇ ਕਾਨੂੰਨ ਬਣਾ ਲਿਆ ਸੀ ਵੀ ਜਦੋਂ ਵੀ ਕਿਸੇ ਧਰਮੀ ਮਨੁੱਖ ਨੂੰ ਸਜ਼ਾ ਦੇਣੀ ਹੈ ਨਾ, ਤਾਂ ਉਹ ਇਸੇ ਤਰੀਕਿਆਂ ਦੇ ਨਾਲ, ਜਾਂ ਉਹਨੂੰ ਤੱਤੀ ਤਵੀ ਤੇ ਬਿਠਾਓ ਤਾਂ ਕਿ ਨੀਚੇ ਸੇਕ ਵਾਲੀ ਜਾਓ, ਉਹਦਾ ਖੂਨ ਹੀ ਸੜ ਜਾਵੇ। ਦੂਸਰਾ ਉਹਨੂੰ ਦੇਗ 'ਚ ਬਾਲੋ ਵੀ ਉਹਦਾ ਜ਼ਮੀਨ ਤੇ ਖੂਨ ਹੀ ਨਾ ਡਿਗੇ, ਦੇਗ 'ਚ ਹੀ ਉਹ ਖਤਮ ਹੋ ਜਾਵੇ। ਤੀਸਰਾ ਉਹਨੂੰ ਦਰਿਆ 'ਚ ਰੋੜੋ ਤਾਂ ਕਿ ਉਹ ਉਹਦੇ ਵਿੱਚ ਹੀ ਉਹਦਾ ਸਾਹ ਘੁੱਟ ਕੇ ਜਿਹੜੀ ਆ ਮੌਤ ਹੋ ਜਾਵੇ ਤੇ ਖੂਨ ਉਹਦਾ ਜ਼ਮੀਨ ਦੇ ਉੱਤੇ ਨਾ ਗਿਰੇ। ਸੋ ਇਹ ਯਾਸਾ ਦਾ ਜਿਹੜਾ ਇਹ ਕਾਨੂੰਨ ਸੀਗਾ, ਉਹ ਚੱਲਿਆ ਆ ਰਿਹਾ ਸੀਗਾ। ਇਹ ਜਿਹੜਾ ਚੰਗੇਜ਼ ਖਾਂ ਆ, ਇਹਦੇ ਖਾਨਦਾਨ 'ਚੋਂ ਅੱਗੇ ਬਾਬਰ ਹੋਇਆ। ਸੋ ਬਾਬਰ ਦਾ ਬੇਟਾ ਅੱਗੇ ਹੋਇਆ ਹਮਾਯੂ, ਹਮਾਯੂ ਦਾ ਪੁੱਤਰ ਹੋਇਆ ਅੱਗੇ ਅਕਬਰ, ਅਕਬਰ ਦਾ ਪੁੱਤਰ ਹੋਇਆ ਅੱਗੇ ਜਹਾਂਗੀਰ। ਸੋ ਇਹਨਾਂ ਦੇ ਖਾਨਦਾਨ ਦੇ ਵਿੱਚ ਧਰਮੀ ਮਨੁੱਖ ਦੇ ਲਈ ਇਵੇਂ ਹੀ ਸਜ਼ਾ ਤੈਅ ਕੀਤੀ ਜਾਂਦੀ ਸੀ। ਸੋ ਇਸ ਕਾਨੂੰਨ ਦੇ ਤਹਿਤ
ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਲਈ ਇਵੇਂ ਹੀ ਜਿਹੜੀ ਸਜ਼ਾ ਰੱਖੀ ਗਈ, ਇਵੇਂ ਹੀ ਮਹਾਰਾਜ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ। ਤੋ ਸੰਗਤ ਜੀ, ਇਹ ਤਾਂ ਅਸੀਂ ਇਤਿਹਾਸ ਦੇਖਿਆ, ਲੇਕਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਕੀ ਲਿਖਦੇ ਨੇ? ਉਹ ਕਹਿੰਦੇ ਨੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਲਈ ਕਹਿੰਦੇ ਨੇ ਗੁਰੂ ਅਰਜਨ ਵਿਟੋ ਕੁਰਬਾਨੀ, ਕਹਿੰਦੇ ਕੁਰਬਾਨ ਜਾਂਦਾ ਗੁਰੂ ਅਰਜਨ ਦੇਵ ਜੀ ਤੁਹਾਡੀ ਸ਼ਹਾਦਤ ਤੋਂ। ਭਾਈ ਗੁਰਦਾਸ ਜੀ ਵੀ ਕਿਉਂ ਜਾਂਦੇ ਨੇ ਕੁਰਬਾਨ? ਕਿਉਂਕਿ ਉਹ ਕਹਿੰਦੇ ਨੇ ਜਦੋਂ ਸ਼ਹੀਦੀ ਹੋ ਰਹੀ ਗੁਰੂ ਅਰਜਨ ਦੇਵ ਜੀ ਦੀ, ਇਤਨਾ ਟੌਰਚਰ ਕੀਤਾ ਜਾ ਰਿਹਾ, ਇਤਨੇ ਤਸੀਹੇ ਦਿੱਤੇ ਜਾ ਰਹੇ ਨੇ। ਮਹਾਰਾਜ ਜੀ ਕਿਵੇਂ ਅਚਲ ਅਡੋਲ ਅਵਸਥਾ ਦੇ ਮੱਲ, ਕਿਵੇਂ ਸ਼ਾਂਤ ਸੁਭਾਅ ਦੇ। ਭਾਈ ਗੁਰਦਾਸ ਜੀ ਨੇ ਬੜੀਆਂ ਹੀ ਸੁੰਦਰ ਐਗਜ਼ਾਮਪਲਸ ਦਿੱਤੀਆਂ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਉਹਨਾਂ ਨੂੰ ਉਹ ਕਹਿੰਦੇ ਨੇ ਵੀ ਗੁਰੂ ਅਰਜਨ ਦੇਵ ਜੀ ਤਾਂ ਇਵੇਂ ਸੀ, ਦੇਗ ਦੇ ਵਿੱਚ ਜਦੋਂ ਉਬਾਲੇ ਜਾ ਰਹੇ ਸੀਗੇ, ਜਿਵੇਂ ਇੱਕ ਮਛਲੀ ਨਾ ਸ਼ੀਤਲ ਜਲ ਦੇ ਵਿੱਚ ਹੁੰਦੀ ਹੈ। ਸ਼ੀਤਲ ਜਲ ਵਿੱਚ ਤਾਂ ਪੂਰਾ ਇੰਜੋਏ ਕਰ ਰਹੀ ਹੁੰਦੀ ਮਛਲੀ, ਤਾਂ ਮੈਂ ਤੈਰਦੀ ਫਿਰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਅਰਜਨ ਦੇਵ ਜੀ ਦੇਗ ਵਿੱਚ ਉਬਾਲੇ ਖਾ ਕੇ ਵੀ ਮਛਲੀ ਦੀ ਤਰ੍ਹਾਂ ਹੀ ਨੇ। ਕਹਿੰਦੇ ਨੇ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਵਾਣੀ। ਕਹਿੰਦੇ ਇੰਨਾ ਸਹਿਜ। ਮੈਂ ਕੱਲ ਵੀ ਲਿਖਦਾ, ਗੋਰਾ ਕਹਿੰਦਾ ਉਬਾਲੇ ਖਾ ਰਹੇ ਨੇ ਗੁਰੂ ਅਰਜਨ ਦੇਵ ਜੀ। ਉਹਨੇ ਬੜੀਆਂ ਰਿਸਰਚਸ ਕੀਤੀਆਂ ਨੇ ਸਿੱਖ ਇਤਿਹਾਸ ਦੇ ਉੱਤੇ। ਤਾਂ ਉਹ ਕਹਿੰਦਾ ਸ਼ਾਂਤ ਅਚਲ ਅਡੋਲ, ਕਿਤੇ ਨਹੀਂ ਡੋਲੇ ਗੁਰੂ ਅਰਜਨ ਦੇਵ ਜੀ ਮਹਾਰਾਜ। ਅਗਲੀ ਗੱਲ ਭਾਈ ਗੁਰਦਾਸ ਜੀ ਕਹਿੰਦੇ ਨੇ ਥੱਲੇ ਅੱਗ ਵਾਲੀ ਜਾ ਰਹੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉੱਤੇ, ਸੀਸ ਦੇ ਉੱਤੇ ਰੇਤਾ ਪਾਈ ਜਾ ਰਹੀ ਹੈ, ਲੇਕਿਨ ਦੁੱਖ ਦਾ ਕੋਈ ਪ੍ਰਭਾਵ ਨਹੀਂ, ਅੱਖ ਦਾ ਕੋਈ ਨਹੀਂ, ਅੱਗ ਦਾ। ਉਹ ਤਾਂ ਗੁਰੂ ਅਰਜਨ ਦੇਵ ਜੀ ਦਾ ਇਵੇਂ ਦੱਸ ਰਹੇ ਨੇ ਭਾਈ ਗੁਰਦਾਸ ਜੀ, ਕਹਿੰਦੇ ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ। ਜਿਵੇਂ ਕਿ ਉਹ ਕਹਿੰਦੇ ਨੇ ਵੀ ਆਪਾਂ ਇੰਡੀਆ 'ਚ ਨਾ ਕਈ ਵਾਰ ਮੋਮਬੱਤੀ ਵਗੈਰਾ ਜਲਾਈ ਦੀ ਸੀਗੀ, ਤਾਂ ਉਦੋਂ ਤੁਸੀਂ ਦੇਖਿਆ ਹੋਊਗਾ ਪਤੰਗੇ ਜਿਹੇ ਆ ਕੇ ਅੱਗ 'ਚ ਸੜੀ ਜਾਂਦੇ ਨੇ। ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਦਾ ਤਾਂ ਇਵੇਂ ਹਾਲ ਹੈ, ਥੱਲੇ ਭਾਵੇਂ ਅੱਗ ਵਾਲੀ ਹੋਈ ਹੈ, ਲੇਕਿਨ ਉਹ ਤਾਂ ਇਵੇਂ ਹੈ ਜਿਵੇਂ ਖੁਦ ਹੀ ਕੁਰਬਾਨ ਹੋਣ ਦੇ ਲਈ ਚਲੇ ਗਏ ਵੀ ਇਹਦੇ ਵਿੱਚ ਅਸੀਂ ਆਪਣਾ ਆਪ ਕੁਰਬਾਨ ਕਰ ਦੇਣਾ, ਵੀ ਗਵਾਹੀ ਦੇਣੀ ਹੈ, ਇਹ ਸੱਚ ਤੇ ਪਹਿਰਾ ਦੇਣਾ ਹੀ ਦੇਣਾ ਹੈ। ਤੀਸਰਾ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਸਰਤ ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰ ਨਾ ਆਣੀ। ਜਿਵੇਂ ਕਹਿੰਦੇ ਹਿਰਨ ਨੂੰ ਜਦੋਂ ਫੜਨਾ ਹੁੰਦਾ ਨਾ, ਤਾਂ ਜਿਹੜਾ ਸ਼ਿਕਾਰੀ ਹੈ ਉਹ ਇੱਕ ਅਲੱਗ ਤਰ੍ਹਾਂ ਦਾ ਇੱਕ ਰਾਗ ਕਰਦਾ, ਉਹਨੂੰ ਘੰਡੇ ਹੇੜੇ ਦਾ ਰਾਗ ਕਹਿੰਦੇ ਨੇ, ਅਲੱਗ ਤਰ੍ਹਾਂ ਦੀ ਇੱਕ ਆਵਾਜ਼ ਕਰਦਾ। ਤੋ ਜਿਹੜਾ ਕਿਉਂਕਿ ਉਹਦੀ ਹਿਰਨ ਦੀ ਕਹਿੰਦੇ ਨਾਭੀ ਵਿੱਚ ਕਸਤੂਰੀ ਹੁੰਦੀ, ਉਹਨਾਂ ਨੇ ਉਹ ਕੱਢਣੀ ਹੁੰਦੀ ਹੈ। ਤੋ ਉਹ ਹਿਰਨ ਜਿਹੜਾ ਇੰਨਾ ਮੰਤਰ ਮੁਗਧ ਹੋ ਜਾਂਦਾ ਉਸ ਘੰਡੇ ਹੇੜੇ ਦੀ ਆਵਾਜ਼ ਦੇ ਵਿੱਚ, ਖੁਦ ਹੀ ਸ਼ਿਕਾਰੀ ਦੇ ਪਾਸ ਚਲਾ ਜਾਂਦਾ ਤੇ ਇਵੇਂ ਮਾਰਿਆ ਜਾਂਦਾ। ਤੋ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਬਦ ਦੇ ਵਿੱਚ ਸੁਰਤੀ ਇੰਨੀ ਲੱਗੀ ਹੋਈ ਹੈ ਕਿ ਉਹ ਜਿਵੇਂ ਖੁਦ ਹੀ ਆਪਣੇ ਅੰਤਰਾਤਮੇ ਦੇ ਵਿੱਚ ਹੀ ਸਮਾਣਾ ਚਾਹੁੰਦੇ ਨੇ। ਹੋਰ ਭਾਈ ਗੁਰਦਾਸ ਜੀ ਫਿਰ ਕਹਿੰਦੇ ਏਦਾਂ ਦਾ ਗੁਰੂ ਅਰਜਨ ਦੇਵ ਜੀ ਦੀ ਅਚਲ ਅਡੋਲਤਾ। ਪਰ ਕਹਿੰਦੇ ਗੁਰੂ ਅਰਜਨ ਵਿਟੋ ਕੁਰਬਾਨੀ, ਗੁਰੂ ਅਰਜਨ ਦੇਵ ਜੀ ਤੁਹਾਡੇ ਤੋਂ ਤਾਂ ਅਸੀਂ ਮਾਰੇ ਬਲਿਹਾਰੇ ਜਾਂਦੇ ਹਾਂ, ਤੁਹਾਡੀ ਸ਼ਹਾਦਤ ਤੋਂ। ਸੰਗਤ ਜੀ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਅਸੀਂ ਕਾਰਨ ਵੀ ਦੇਖੇ, ਕਿਵੇਂ ਹੋਈ ਸ਼ਹੀਦੀ, ਔਰ ਕਿਵੇਂ ਮਹਾਰਾਜ ਜੀ ਅਚਲ ਅਡੋਲ ਅਵਸਥਾ ਦੇ ਮਾਲਕ ਰਹੇ। ਉਹ ਜਿਹੜਾ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਸੀ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੇ, ਉਵੇਂ ਹੀ ਮਹਾਰਾਜ ਜੀ ਨੇ ਉਹ ਸਾਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਕਿ ਇੰਨੇ ਪਰਮਾਤਮਾ ਦੇ ਭਾਣੇ ਵਿੱਚ ਲਿਵਲੀਨ ਰਹਿਣਾ, ਇੰਨੇ ਭਾਣੇ ਵਿੱਚ ਲਿਵਲੀਨ ਰਹਿਣਾ। ਸੋ ਹਰਮੰਦਰ ਸਾਹਿਬ ਦੀ ਉਸਾਰੀ ਦੇ 4 ਦਰਵਾਜ਼ੇ ਖੁੱਲੇ ਰੱਖ ਕੇ ਸਾਈਂ ਮੀਆਂ ਮੀਰ ਜੀ ਕੋਲੋਂ ਨੀਂਹ ਰਖਵਾ ਕੇ ਮਹਾਰਾਜ ਨੇ ਪੂਰੇ ਮਾਨਵਤਾ ਨੂੰ, ਸਾਰੇ ਸੰਸਾਰ ਨੂੰ ਦੱਸ ਦਿੱਤਾ, ਭਾਈ ਗੁਰੂ ਸਾਰਿਆਂ ਦਾ ਸਰਬ ਸਾਂਝਾ ਗੁਰੂ ਹੈ, ਕਿਉਂਕਿ ਗੁਰੂ ਸੱਚ ਹੈ, ਗੁਰੂ ਪਰਮਾਤਮਾ ਦੇ ਨਾਲ ਜੋੜਦਾ ਹੈ, ਗੁਰੂ ਖੁਦ ਹੀ ਪਰਮਾਤਮਾ ਦਾ ਰੂਪ ਹੈ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਪਦੇਸ਼ ਅਸੀਂ ਅਗਰ ਆਪਣੇ ਜੀਵਨ ਵਿੱਚ ਅਪਣਾ ਲਈਏ ਨਾ, ਫਿਰ ਅਸੀਂ ਸਮਝਾਂਗੇ ਕਿ ਅਸੀਂ ਸਤਿਗੁਰਾਂ ਨੂੰ ਯਾਦ ਕਰ ਰਹੇ ਹਾਂ, ਅਸੀਂ ਵੀ ਰੱਬ ਦੇ ਭਾਣੇ ਵਿੱਚ ਰਹੀਏ, ਅਸੀਂ ਵੀ ਗੁਰੂ ਅਰਜਨ ਦੇਵ ਜੀ ਦੀ ਮਹਾਰਾਜ ਦੀ ਤਰ੍ਹਾਂ। ਦੇਖੋ ਹੁਣ ਅਸੀਂ ਸੰਸਾਰਿਕ ਗੱਲਾਂ ਕਰੀਏ, ਪ੍ਰੈਕਟੀਕਲ ਸਤਿਗੁਰਾਂ ਦੇ ਜੀਵਨ ਤੋਂ, ਕਿ ਬਾਬਾ ਪ੍ਰਿਥਵੀ ਚੰਦ ਸਕਾ ਭਰਾ ਕਿੰਨੀ ਈਰਖਾ ਕਰਦਾ ਸਤਿਗੁਰਾਂ ਨੂੰ ਮਰਵਾਉਣ ਦੇ ਉੱਤੇ ਤੁਲਿਆ ਹੋਇਆ, ਔਰ ਗੁਰੂ ਅਰਜਨ ਦੇਵ ਜੀ ਅੱਗੇ ਕੋਈ ਨਹੀਂ ਬਦਲਾ ਲੈ ਰਹੇ, ਕੋਈ ਨਹੀਂ ਅੰਦਰ। ਮਹਾਰਾਜ ਦਾ ਜੀਵਨ ਹੈ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਸਾਰਿਆਂ ਨੂੰ ਆਪਣਾ ਮਿੱਤਰ ਕੀਤਾ ਹੋਇਆ, ਕੋਈ ਨਹੀਂ ਸਤਿਗੁਰਾਂ ਦਾ ਵੈਰ ਕਿਸੇ ਦੇ ਨਾਲ ਨਹੀਂ ਹੈਗਾ। ਤੋ ਸਤਿਗੁਰਾਂ ਦੇ ਮਹਿਲ, ਗੁਰੂ ਅਰਜਨ ਦੇਵ ਜੀ ਦੇ ਮਹਿਲ, ਮਾਤਾ ਗੰਗਾ ਜੀ ਦਾ ਜੀਵਨ ਦੇਖੋ, ਬੀਬੀ ਕਰਮੋਂ ਕਿੰਨੀ ਜੈਲਸੀ ਕਰਦੀ ਹੈ,
ਲੇਕਿਨ ਮਾਤਾ ਗੰਗਾ ਜੀ ਕਿਤੇ ਵੀ ਇਹ ਤਰ੍ਹਾਂ ਦਾ ਨਹੀਂ, ਉਹ ਬਿਲਕੁਲ ਪਰਮਾਤਮਾ ਦਾ ਚਰਨਾਂ ਨਾਲ ਜੁੜੀ ਹੋਈ ਰੂਹ, ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ਾਂ ਦੇ ਉੱਤੇ ਚੱਲਣ ਵਾਲੀ ਰੂਹ। ਇਹ ਉੱਤੇ ਸਾਡੇ ਲਈ ਬਹੁਤ ਵੱਡੀਆਂ ਸਿੱਖਿਆਵਾਂ ਨੇ। ਸੋ ਗੁਰੂ ਅਰਜਨ ਦੇਵ ਜੀ ਦੀ ਸਹਿਣ ਸ਼ਕਤੀ ਕਿੰਨੀ ਹੈ, ਇੰਨਾ ਬਚਪਨ ਤੋਂ ਲੈ ਕੇ ਸਹਿਣ ਕਰੀ ਜਾ ਰਹੇ ਨੇ। ਕਦੀ ਬਾਬਾ ਪ੍ਰਿਥਵੀ ਚੰਦ ਦੀ ਈਰਖਾ, ਕਦੀ ਕਿਸੇ ਦੀ, ਕਦੀ ਕਿਸੇ ਦੀ, ਕਦੀ ਪੁੱਤਰ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ, ਹਰ ਤਰ੍ਹਾਂ ਸਹਿਣ ਕਰੀ ਜਾ ਰਹੇ ਨੇ। ਔਰ ਇੰਨੀ ਸਹਿਣ ਸ਼ਕਤੀ ਵੀ ਤੱਤੀਆਂ ਤਵੀਆਂ ਤੇ ਬੈਠ ਗਏ, ਸਿਸ ਚਰੇਤਾ ਪਵਾ ਲਈ, ਦੇਗਾਂ ਵਿੱਚ ਆਪਣਾ ਆਪ ਪਾ ਲਿਆ, ਔਰ ਫਿਰ ਦਰਿਆ ਦੇ ਵਿੱਚ ਵੀ ਰੋੜ ਦਿੱਤਾ ਗਿਆ। ਮਹਾਰਾਜ ਜੀ ਸ਼ਾਂਤ ਰਹੇ ਨੇ, ਸਹਿਜ ਵਿੱਚ ਰਹੇ ਨੇ। तो संगत जी इन्ना कुछ सहन करन तो बाद फिर गुरु नानक दे घर ने तलवार उठाई है। सो आपां छेती दे के ना काली दे के ना तो बदले लिया करिए, ना ही लड़ाई वैर भाव करिया करिए। साडे अंदर भी सारिਆਂ ਲਈ प्यार, सारे ही साडे मित्र ने, कोई भी नहीं साडा बैरी। कोई गलत हरकतां कर रहा ਉਹਦਾ अपना मन मैला, ਅਸੀਂ अपना चंगा सुभाਅ ਜਿਹੜਾ ਉਹ नहीं छड्डना। तो गुरु महाराज ने नाम के उत्ते बहुत जोर दिता। सुखमनी साहब की बाणी महाराज ने जिहड़ी रची ना, गुरु अर्जन देव जी महाराज ने, सतगुरां की बाणी का भी देखो किन्नी महाराज ने बाणी रची अपनी। गुरु महाराज की बाणी, सुखमनी साहब की बाणी असीं किन्ना सारी इन्हां दिनां तां सारियां संगतां जरूर पढ़दियां ने, सारियां। अपनी महाराज की जिहड़ी बाणी हैगी आ 1416 शब्द है श्री गुरु ग्रंथ साहब दे विच, गुरु अर्जन देव जी महाराज जी के। और उहदे विच 1416 शब्द, 82 अष्टपदियां 82, 71 71 शंत, 24 सोहले, 107 107 पौड़ियां, 239 239 श्लोक, 29 29 सवैये गुरु अर्जन देव जी की बाणी जिहड़ी तकरीबन 1/3 बाणी, 1/3 बाणी श्री गुरु ग्रंथ साहब विच गुरु अर्जन देव जी की अपनी है। इन्नी महाराज ने बाणी रची। प्रमुख महाराज दीयां बाणियां जिहड़ियां सुखमनी साहिब, 52 अखरी, 12 महामाज, 12 गाथा, फुनहे, सवैये। सुखमनी साहब की बाणी विच महाराज जी की कहते हैं, सुखमनी सुख अमृत प्रभ नाम, भगत जना कै मन विसराम। कहते काहदे विच सुख आ? नाम दे विच, परमात्मा दे नाम दे विच। और ये नाम कित्थे वसदा? भगत जना के मन विसराम, भगतां दे मन दे विच नाम वसदा। सो भगत कौन आ? बिन गुण कीते भगत ना होए। रब्बी गुण जद तक अंदर जागृत नहीं हुंदे, असीं समझ लो भगत है ही नहीं, भगती नहीं हो सकती बिना गुणा तो, रब्बी गुणा तो। तो ये महाराज जी और सुखमनी साहब की बाणी के अखीर में जो असीं पढ़ते हैं, महाराज ने किन्ने ही फल दस दिते। सुखमनी साहब की बाणी खेम, शांत, रिद्ध, नव, निध, ये पढ़ो 22-23 महाराज ने उहदे दसे भी इन्ने इन्ने फल आ परमात्मा के नाम दे विच, जिहड़ा गुरु नानक की बाणी नूं सुणदा। मतलब कि सुणन का मतलब हुंदा है साडा अंतरात्मा सुणे और उहनूं असीं मन लईए, तो फिर सारे फल सारी संगत की झोली दे विच, लोक भी सुखी और लोक भी सुहेला। जप्यो जिन अर्जन देव गुरु, फिर संकट चोन गर्भ ना आयो। ਜਿਹੜੇ गुरु अर्जन देव जी महाराज ਨੂੰ ਜਪਦੇ ਨੇ ਨਾ, ਉਹ ਵਾਪਸ ਜੁਨਾ ਚ ਨਹੀਂ ਆਉਂਦੇ। गुरु महाराज ਨੂੰ ਜਪਣ ਦਾ ਮਤਲਬ गुरु महाराज ਦੀ ਬਾਣੀ ਦੀ ਵਿਚਾਰਧਾਰਾ ਤੇ ਜਿਨ੍ਹਾਂ ਦਾ ਜੀਵਨ ਚੱਲਦਾ, ਉਹ ਵਾਪਸ ਫਿਰ ਜੁਨਾ ਦੇ ਵਿੱਚ ਉਹ ਨਹੀਂ ਆਉਂਦੇ। ਉਹ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਹੀ, ਸੱਚ ਵਿੱਚ ਹੀ ਲੀਨ ਹੋ ਜਾਂਦੇ ਨੇ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਣਾ ਜਿਹੜਾ ਸਮਾਂ ਸ਼ੁਰੂ ਹੋ ਰਿਹਾ, ਇਹ ਕੁਐਸਚਨ ਆਨਸਰ ਦਾ ਸ਼ੁਰੂ ਹੋ ਰਿਹਾ।